ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ ਵਾਲੇ ਪਾਵਨ ਅਸਥਾਨ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਔਰ ਬਚਪਨ ਦੇ ਜਿਹੜੇ ਕੁਝ ਵਰੇ ਹਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਵਿਖੇ ਬਤੀਤ ਕੀਤੇ ਹਨ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਵਕਤ ਗੁਰਗੱਦੀ ਦੇ ਤਖਤ ਤੇ ਸੁਭਾਏਮਾਨ ਹਨ। ਉਸੇ ਸਮੇਂ ਦੇ ਵਿੱਚ ਇੱਕ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭੈਣ ਬੀਬੀ ਵੀਰੋ ਜੀ ਦੇ ਵਿਆਹ ਕਾਰਜ ਹਨ। ਦੂਜੇ ਪਾਸੇ ਲਾਹੌਰ ਦੇ ਹਾਕਮ ਮੁਗਲਸ ਖਾਨ ਨੇ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਵਿਆਹ ਕਾਰਜ ਅੰਮ੍ਰਿਤਸਰ ਸਾਹਿਬ ਤੋਂ ਬਦਲ ਕੇ ਝਬਾਲ ਵਿਖੇ ਕਰਨੇ ਪਏ। ਅੰਮ੍ਰਿਤਸਰ ਸਾਹਿਬ ਵਿਖੇ ਇਹ ਪਹਿਲੀ ਗੁਰੂ ਔਰ ਗੁਰੂ ਘਰ ਦੀ ਜਿਹੜੀ ਜੰਗ ਹੈ, ਮੁਗਲਾਂ ਦੇ ਨਾਲ ਪਹਿਲੀ ਇਹ ਜੰਗ ਅੰਮ੍ਰਿਤਸਰ ਸਾਹਿਬ ਵਿਖੇ ਹੋਈ, ਜਿਸ ਜੰਗ ਦੇ ਵਿੱਚ ਸਤਿਗੁਰਾਂ ਦੇ ਯੋਧਿਆਂ ਨੇ ਬਹੁਤ ਬਹਾਦਰੀ, ਦਲੇਰੀ, ਦ੍ਰਿੜਤਾ ਵਿਖਾਈ। ਇਸ ਜੰਗ ਦੇ ਵਿੱਚ ਜਿੱਤ ਹਾਸਲ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਵੇਲੇ ਉਮਰ ਬੜੀ ਥੋੜੀ ਸੀ, ਉਹਨਾਂ ਨੇ ਆਪਣੇ ਅੱਖੀਂ ਇਹ ਜੰਗ ਵੇਖੀ ਹੈ। ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਚੌਥੀ ਜੰਗ ਹੁੰਦੀ ਹੈ ਕਰਤਾਰਪੁਰ ਸਾਹਿਬ ਵਿਖੇ, ਔਰ ਇਸ ਜੰਗ ਦਾ ਕਾਰਨ ਸੀ ਪੈਂਦੇ ਖਾਨ, ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੱਥੀਂ ਪਾਲਿਆ, ਸੰਭਾਲਿਆ, ਵੱਡਾ ਕੀਤਾ। ਇਹਦੀ ਹਰ ਫਰਮਾਇਸ਼ ਨੂੰ ਸਤਿਗੁਰਾਂ ਨੇ ਪੂਰਿਆ ਕੀਤਾ। ਆਪਣੇ ਪੁੱਤਾਂ ਤੋਂ ਵੱਧ ਕੇ ਸਤਿਗੁਰੂ ਜੀ ਨੇ ਇਹਨੂੰ ਸਨਮਾਨ ਪਿਆਰ ਦਿੱਤਾ, ਪਰ ਇਹ ਵੀ ਹੰਕਾਰੀ ਹੋ ਗਿਆ। ਤੇ ਜਿਹੜੇ ਗੁਰੂ ਨੇ ਇਸ ਪੈਂਦੇ ਖਾਨ ਨੂੰ, ਨਿਮਾਣੇ ਨੂੰ, ਅਨਾਥ ਨੂੰ ਨਾਥ ਬਣ ਕੇ ਤੇ ਉੱਚਿਆਂ ਚੁੱਕਿਆ ਸੀ, ਉਸੇ ਗੁਰੂ ਮਹਾਰਾਜ ਦੇ ਵਿਰੁੱਧ ਪੈਂਦੇ ਖਾਨ ਕਾਲੇ ਖਾਂ ਜਲੰਧਰ ਦੇ ਹਾਕਮ ਨੂੰ ਨਾਲ ਲੈ ਕੇ, ਫੌਜਾਂ ਨੂੰ ਨਾਲ ਲੈ ਕੇ ਹਮਲਾ ਕਰਦਾ ਹੈ। ਕਰਤਾਰਪੁਰ ਸਾਹਿਬ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਚੌਥੀ ਜੰਗ ਜਦੋਂ ਹੋਈ ਹੈ, ਇਸ ਜੰਗ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪ ਮੈਦਾਨੀ ਜੰਗ ਦੇ ਵਿੱਚ ਜੂਝੇ। ਗੁਰੂ ਮਹਾਰਾਜ ਜੀ ਦੇ ਸਿੱਖ ਭਾਈ ਬਿਧੀ ਚੰਦ, ਭਾਈ ਮਲਕ ਜਾਤੀ ਵਰਗੇ ਯੋਧਿਆਂ ਨੇ ਅੱਗੇ ਹੋ ਕੇ ਬਹਾਦਰੀ ਵਿਖਾਈ। ਸਤਿਗੁਰਾਂ ਦੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੇ ਮੈਦਾਨੀ ਜੰਗ 'ਚ ਸੂਰਬੀਰਤਾ ਵਿਖਾਈ। ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਮਰ ਉਸ ਵੇਲੇ ਕਰੀਬਨ 13-14 ਵਰ੍ਹਿਆਂ ਦੀ ਹੈ। ਉਹ ਵੀ ਮੈਦਾਨੀ ਜੰਗ ਦੇ ਵਿੱਚ ਉਤਰੇ ਹਨ ਤੇ ਜੂਝੇ ਹਨ। ਅਖੀਰ ਜੰਗ ਦੇ ਵਿੱਚ ਫਤਿਹ ਹਾਸਲ ਹੋਈ। ਪੈਂਦੇ ਖਾਂ ਵੀ ਮਾਰਿਆ ਗਿਆ, ਕਾਲੇ ਖਾਂ ਵੀ ਮਾਰਿਆ ਗਿਆ। ਜੰਗ ਜਿੱਤਣ ਉਪਰੰਤ ਜਦੋਂ ਗੁਰੂ ਹਰਗੋਬਿੰਦ ਸਾਹਿਬ ਯੋਧਿਆਂ ਨੂੰ, ਸੂਰਬੀਰਾਂ ਨੂੰ ਮਾਣ ਤੇ ਸਨਮਾਨ ਦਿੰਦੇ ਹਨ, ਉਸ ਵਕਤ ਸਭ ਨੂੰ ਮਾਣ ਸਨਮਾਨ ਬਖਸ਼ਦਿਆਂ ਗੱਲ ਜਦੋਂ ਤੇਗ ਬਹਾਦਰ ਸਾਹਿਬ ਜੀ ਤੇ ਆਈ ਹੈ, ਇੱਥੇ ਇਤਿਹਾਸਕਾਰ ਕਹਿੰਦੇ ਹਨ ਕਿ ਇਦੋਂ ਪਹਿਲਾਂ ਆਪ ਜੀ ਦਾ ਨਾਂ ਤਿਆਗਮੱਲ ਸੀ, ਪਰ ਕਿਉਂਕਿ ਆਪ ਜੀ ਨੇ ਮੈਦਾਨੀ ਜੰਗ ਦੇ ਵਿੱਚ ਬੜੇ ਤੇਗ ਦੇ ਜੌਹਰ ਵਿਖਾਏ ਔਰ ਗੁਰੂ ਹਰਗੋਬਿੰਦ ਸਾਹਿਬ ਬੜੇ ਪ੍ਰਭਾਵਿਤ ਹੋਏ। ਉਹਨਾਂ ਨੇ ਫਿਰ ਕਿਹਾ ਸੀ, ਪੁੱਤਰ ਜੀ ਤੁਸੀਂ ਤੇ ਤੇਗ ਦੇ ਧਨੀ ਹੋ, ਅਸੀਂ ਤੁਹਾਨੂੰ ਮੈਦਾਨੀ ਜੰਗ ਦੇ ਵਿੱਚ ਤੇਗ ਚਲਾਉਂਦਿਆਂ ਹੋਇਆਂ ਵੇਖਿਆ ਹੈ। ਤੁਸੀਂ ਤੇਗ ਦੇ ਧਨੀ ਹੋ, ਤੁਹਾਡਾ ਨਾਮ ਤਿਆਗਮੱਲ ਨਹੀਂ ਬਲਕਿ ਤੇਗ ਬਹਾਦਰ ਹੋਣਾ ਚਾਹੀਦਾ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਨਾਮ ਰੱਖਿਆ ਤੇਗ ਬਹਾਦਰ। ਇਹ ਜੰਗ ਜਿੱਤਣ ਉਪਰੰਤ
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕੀਰਤਪੁਰ ਸਾਹਿਬ ਵਿਖੇ ਗਏ ਹਨ ਤੇ ਬਾਕੀ ਦਾ ਉਹਨਾਂ ਨੇ ਜ਼ਿੰਦਗੀ ਦਾ ਅਖੀਰਲਾ ਸਮਾਂ ਕੀਰਤਪੁਰ ਵਿਖੇ ਬਤੀਤ ਕੀਤਾ, ਜਿੱਥੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਗੱਦੀ ਦੀ ਦਾਤ ਦਿੱਤੀ ਗਈ। ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਤੇਗ ਬਹਾਦਰ ਜੀ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੱਥ ਜੋੜ ਪੁੱਛਦੇ ਨੇ, ਜੀ ਸਾਡੇ ਲਈ ਕੀ ਹੁਕਮ ਹੈ, ਕੀ ਸੇਵਾ ਹੈ। ਤੇ ਗੁਰੂ ਮਹਾਰਾਜ ਦਾ ਬਚਨ ਸੀ ਕਿ ਤੁਸੀਂ ਤੇਗ ਬਹਾਦਰ ਨੂੰ ਲੈ ਕੇ ਬਕਾਲੇ ਨਗਰ ਵਿਖੇ ਜਾਓ, ਉੱਥੇ ਜਾ ਕੇ ਨਿਵਾਸ ਕਰੋ। ਇੱਕ ਸਮਾਂ ਆਵੇਗਾ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਇਹਨਾਂ ਦੀ ਝੋਲੀ 'ਚ ਪੈਣਗੀਆਂ, ਇਹ ਆਪਣੇ ਆਪ ਜ਼ਾਹਰ ਹੋਣਗੇ, ਪ੍ਰਗਟ ਹੋਣਗੇ। ਮਾਤਾ ਨਾਨਕੀ ਜੀ ਸਤਿਗੁਰਾਂ ਦੇ ਜੋਤੀ ਜੋਤ ਸਮਾਨ ਉਪਰੰਤ ਗੁਰੂ ਕੇ ਹੁਕਮ ਦੇ ਮੁਤਾਬਕ ਤੇਗ ਬਹਾਦਰ ਸਾਹਿਬ ਜੀ ਸਮੇਤ ਬਕਾਲੇ ਨਗਰ ਵਿਖੇ ਚਲੇ ਗਏ। ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਗੱਦੀ ਦੇ ਤਖਤ ਤੇ ਬਿਰਾਜਮਾਨ ਹੋਏ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 8-9 ਸਾਲ ਦੀ ਕਰੀਬਨ ਉਹਨਾਂ ਦੀ ਉਮਰ ਸੀ। ਸਰੀਰ ਰੂਪੀ ਚੋਲਾ ਛੱਡਣ ਤੋਂ ਪਹਿਲਾਂ ਦਿੱਲੀ ਦੀ ਧਰਤੀ ਤੇ ਉਹਨਾਂ ਨੇ ਬਚਨ ਕੀਤੇ। ਜਦੋਂ ਸਿੱਖ ਸੰਗਤ ਨੇ ਪੁੱਛਿਆ, ਮਹਾਰਾਜ ਸਾਨੂੰ ਕਿਤੇ ਲੜ ਲਾ ਕੇ ਚੱਲੇ ਹੋ, ਤੇ ਮਹਾਰਾਜ ਦਾ ਇੱਕ ਬਚਨ ਸੀ, ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਗਲ ਸੰਭਾਲੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਇਸ਼ਾਰਾ ਕਰਦਿਆਂ ਉਹਨਾਂ ਬਚਨ ਕਹੇ, ਜੋਤੀ ਜੋਤ ਸਮਾ ਗਏ। ਹੁਣ ਜਿਸ ਵਕਤ ਇਹ ਖਬਰ ਬਾਹਰ ਫੈਲੀ ਹੈ ਤੇ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦੇ ਅੰਦਰ ਬੜੀ ਇੱਛਾ ਸੀ ਕਿ ਅਸੀਂ ਗੁਰੂ ਬਣ ਕੇ ਆਪਣੀ ਪੂਜਾ ਮੰਨਤਾ ਕਰਵਾਈਏ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਗੁਰੂ ਬਕਾਲੇ ਹੈ, ਇਹ ਬਚਨ ਤੇ ਕਹੇ ਹਨ, ਪਰ ਇਹ ਗੱਲ ਸਪਸ਼ਟ ਨਹੀਂ ਹੋਈ, ਨਾਮ ਕਿਸੇ ਦਾ ਉਹਨਾਂ ਨੇ ਨਹੀਂ ਲਿਆ। ਤੇ ਇਹਨਾਂ ਡੰਬੀਆਂ ਪਖੰਡੀਆਂ ਨੇ ਬਕਾਲੇ ਵਿਖੇ ਆਪਣੀਆਂ ਆਪਣੀਆਂ ਮੰਜੀਆਂ ਲਾ ਲਈਆਂ, ਆਪਣੇ ਪ੍ਰਚਾਰਕ ਥਾਪ ਦਿੱਤੇ ਕਿ ਤੁਸੀਂ ਸਾਡਾ ਪ੍ਰਚਾਰ ਕਰੋ, ਤੇ ਜਿਹੜੀ ਮਾਇਆ ਭੇਟਾ ਸਾਨੂੰ ਚੜੇਗੀ ਉਹਦੇ ਚੋਂ ਤੁਹਾਡੀ ਵੀ ਹਿੱਸੇਦਾਰੀ ਹੋਏਗੀ। ਗੁਰੂ ਘਰ ਦੀ ਗੁਰੂ ਕੀ ਰੀਸ ਕਰਨੀ ਇਹਨਾਂ ਨੇ ਸ਼ੁਰੂ ਕਰ ਦਿੱਤੀ। ਹੁਣ ਸੰਗਤ ਜਿਸ ਵਕਤ ਬਕਾਲੇ ਵਿਖੇ ਆਉਂਦੀ ਹੈ ਕਿ ਗੁਰੂ ਦੇ ਦੀਦਾਰ ਕਰਨੇ, ਦਰਸ਼ਨ ਕਰਨੇ ਹਨ, ਤੇ ਸੰਗਤ ਇੱਥੇ ਪਹੁੰਚ ਕੇ ਹੈਰਾਨ ਹੁੰਦੀ ਹੈ ਕਿ ਇੱਥੇ ਤੇ 22 ਵੱਖਰੀਆਂ ਵੱਖਰੀਆਂ ਗੱਦੀਆਂ ਲਾ ਕੇ ਬੈਠੇ ਨੇ। ਸਾਰੇ ਆਪਣਾ ਆਪਣਾ ਦਾਅਵਾ ਕਰ ਰਹੇ ਨੇ ਕਿ ਮੈਂ ਗੁਰੂ ਹਾਂ ਤੇ ਮੈਂ ਗੁਰੂ ਹਾਂ। ਸੰਗਤ ਬੜੀ ਹੈਰਾਨ ਕਿ ਆਖਰ ਗੁਰੂ ਹੈ ਕੌਣ ਹੈ। ਇਹਨਾਂ ਦੇ ਕੋਲ ਵੀ ਸੇਵਕ ਸਿੱਖ ਜਾਂਦੇ ਹਨ, ਸਾਰਿਆਂ ਦੇ ਕੋਲ, ਪਰ ਜਿਹੜੇ ਗੁਰੂ ਘਰ ਦਿਆਂ ਸਿੱਖਾਂ ਨੇ ਵੇਖੋ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਹਜ਼ੂਰੀ ਦਾ ਆਨੰਦ ਮਾਣਿਆ, ਧੰਨ ਗੁਰੂ ਹਰ ਰਾਏ ਸਾਹਿਬ ਦੇ ਦਰਬਾਰ ਦੀਆਂ ਬਖਸ਼ਿਸ਼ਾਂ ਨੂੰ ਮਾਣਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸ਼ਰਨ ਦਾ ਜਿਨ੍ਹਾਂ ਨੇ ਆਨੰਦ ਮਾਣਿਆ, ਉਹ ਜਾਣਦੇ ਨੇ ਕਿ ਗੁਰੂ ਦੀ ਗੋਦ ਦਾ ਆਨੰਦ ਕੀ ਹੈ। ਜਿਵੇਂ ਛੋਟਾ ਜਿਹਾ ਬੱਚਾ ਹੋਵੇ, ਭਾਵੇਂ ਬਹੁਤ ਛੋਟਾ ਹੈ, ਬੱਚਾ ਝੱਟ ਆਪਣੀ ਮਾਂ ਤੇ ਪਰਾਈ ਗੋਦ ਨੂੰ ਪਛਾਣ ਲੈਂਦਾ ਹੈ, ਭਾਵੇਂ ਉਹਨੂੰ ਅਜੇ ਕਿਸੇ ਚੀਜ਼ ਦੀ ਪਛਾਣ ਨਹੀਂ, ਉਹਦੀਆਂ ਅੱਖਾਂ ਬੰਦ ਵੀ ਹੋਣ, ਉਹ ਤਾਂ ਵੀ ਪਛਾਣ ਲੈਂਦਾ ਹੈ ਕਿ ਮੈਂ ਆਪਣੀ ਮਾਂ ਦੀ ਗੋਦ ਦੇ ਵਿੱਚ ਹਾਂ ਕਿ ਕਿਸੇ ਹੋਰ ਇਸਤਰੀ ਭੈਣ ਭਰਾ ਦੀ ਗੋਦ 'ਚ ਹਾਂ। ਹੁਣ ਜਿਹੜੀਆਂ ਸੰਗਤਾਂ ਨੇ ਗੁਰੂ ਕੀ ਗੋਦ ਦਾ ਆਨੰਦ ਮਾਣਿਆ ਸੀ, ਡੰਬੀ ਪਖੰਡੀ ਆਪਣੀਆਂ ਗੱਦੀਆਂ ਲਾ ਕੇ ਬੈਠੇ ਕਿ ਇਸ ਗੁਰੂ ਦਾ ਦਰਬਾਰ ਹੀ ਆ, ਗੁਰੂ ਨਾਨਕ ਦਾ ਦਰਬਾਰ, ਆਓ ਗੁਰੂ ਕੀ ਸੰਗਤ 'ਚ ਬੈਠੋ। ਤੇ ਜਿਹੜੇ ਗੁਰੂ ਕੇ ਪ੍ਰੀਤਮਾਨ ਸਿੱਖ ਸਨ, ਉਹ ਝੱਟ ਪਛਾਣ ਜਾਂਦੇ ਸਨ ਕਿ ਇਹ ਮੇਰੇ ਗੁਰੂ ਦੀ ਗੋਦ ਨਹੀਂ ਹੈ, ਇਹ ਮੇਰੇ ਗੁਰੂ ਦਾ ਦਰਬਾਰ ਨਹੀਂ ਹੈ, ਇਹ ਗੁਰੂ ਦੀ ਰੀਸ ਕਰਕੇ ਬੈਠਾ ਹੋਇਆ ਪਖੰਡੀ ਤੇ ਹੈ, ਪਰ ਇਹ ਪੂਰਾ ਗੁਰੂ ਨਹੀਂ ਹੈ। ਸੰਗਤ ਦੇ ਮਨ ਅੰਦਰ ਬੇਚੈਨੀ, ਚਿੰਤਾ ਕਿ ਆਖਰ ਅਸੀਂ ਗੁਰੂ ਨੂੰ ਹੁਣ ਕਿੱਥੋਂ ਲੱਭੀਏ। ਵੇਖੋ ਇਤਿਹਾਸ ਅੰਦਰ ਪਹਿਲਾਂ ਵੀ 1-2 ਸਮੇਂ ਐਸੇ ਬਣੇ ਜਦੋਂ ਪਤਾ ਨਹੀਂ ਸੀ ਕਿ ਗੁਰੂ ਕਿੱਥੇ ਹੈ, ਪਰ ਉਹਨਾਂ ਵਕਤਾਂ ਦੇ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਮੌਜੂਦ ਸਨ, ਤੇ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਘਰ ਦੀ ਇੱਕ ਅਸੀਸ ਸੀ ਕਿ ਤੈਥੋਂ ਦੂਰ ਕਦੇ ਨਾ ਹੋਸਾਂ,
ਤੇ ਬਾਬਾ ਬੁੱਢਾ ਸਾਹਿਬ ਦੇ ਰਾਹੀਂ ਸੰਗਤ ਗੁਰੂ ਤੱਕ ਪਹੁੰਚੀ। ਜਦੋਂ ਗੁਰੂ ਨਾਨਕ ਮਹਾਰਾਜ ਜੋਤੀ ਜੋਤ ਸਮਾਏ, ਗੁਰੂ ਅੰਗਦ ਸਾਹਿਬ ਨੂੰ ਗੱਦੀ ਬਖਸ਼ੀ ਗਈ। ਉਹ ਬੀਬੀ ਵਿਰਾਈ ਜੀ ਦੇ ਘਰ ਖੰਡੂਰ ਸਾਹਿਬ ਚਲੇ ਗਏ। ਸਿੱਖ ਸੰਗਤ ਨੂੰ ਪਤਾ ਨਹੀਂ ਸੀ ਕਿ ਗੁਰੂ ਕਿੱਥੇ ਹੈ। ਸੰਗਤ ਨੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਦੇ ਰਾਹੀਂ ਸੰਗਤ ਫਿਰ ਗੁਰੂ ਅੰਗਦ ਸਾਹਿਬ ਤੱਕ ਪਹੁੰਚੀ। ਇੱਕ ਵਾਰ ਜਦੋਂ ਭਾਈ ਦਾਤੂ ਨੇ ਗੁਰੂ ਅਮਰਦਾਸ ਸਾਹਿਬ ਨੂੰ ਲੱਤ ਮਾਰ ਕੇ ਸਿੰਘਾਸਨ ਤੋਂ ਸੁੱਟ ਦਿੱਤਾ ਸੀ, ਸਿੰਘਾਸਨ ਤੇ ਬਹਿ ਗਿਆ। ਮਹਾਰਾਜ ਨੇ ਚਰਨ ਦਬਾਉਂਦਿਆਂ ਕਿਹਾ ਸੀ, ਸਾਡੇ ਲਈ ਕੀ ਹੁਕਮ ਹੈ? ਤੇ ਭਾਈ ਦਾਤੂ ਨੇ ਕਿਹਾ, ਤੁਸੀਂ ਰਾਤੋਂ ਰਾਤ ਗੋਇੰਦਵਾਲ ਛੱਡ ਕੇ ਚਲੇ ਜਾਓ। ਮਹਾਰਾਜ ਗੋਇੰਦਵਾਲ ਛੱਡ ਕੇ ਚਲੇ ਗਏ ਬਾਸਰਕੇ ਵਿਖੇ। ਸੰਗਤ ਨੂੰ ਪਤਾ ਨਾ ਲੱਗੇ ਕਿ ਗੁਰੂ ਅਮਰਦਾਸ ਕਿੱਥੇ ਹੈ, ਤੇ ਗੁਰੂ ਕੇ ਦਰਸ਼ਨਾਂ ਤੋਂ ਬਿਨਾਂ ਸੰਗਤ ਵਿਆਕੁਲ ਹੋ ਗਈ। ਧੰਨ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ, ਜੀ ਹੁਣ ਤੁਸੀਂ ਕਿਰਪਾ ਕਰੋ, ਸੰਗਤ ਨੂੰ ਗੁਰੂ ਤੱਕ ਪਹੁੰਚਾਵੋ। ਉਦੋਂ ਵੀ ਬਾਬਾ ਬੁੱਢਾ ਸਾਹਿਬ ਨੇ ਫਿਰ ਸੰਗਤ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੱਕ ਪਹੁੰਚਾਇਆ। ਪਰ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਮਾਂ ਬਾਬਾ ਬੁੱਢਾ ਸਾਹਿਬ ਤੇ ਹੈ ਕੋਈ ਨਹੀਂ ਹੈ। ਸੰਗਤ ਅੰਦਰ ਬੇਚੈਨੀ ਆ ਕਿ ਅਸੀਂ ਪੂਰੇ ਗੁਰੂ ਸੱਚੇ ਗੁਰੂ ਤੱਕ ਕਿੱਦਾਂ ਪਹੁੰਚੀਏ। ਉਸ ਵਕਤ ਫਿਰ ਸੰਗਤ ਤੇ ਗੁਰੂ ਦੇ ਵਿਚਕਾਰ ਵਿਚੋਲਾ ਬਣੇ ਨੇ ਭਾਈ ਸਾਹਿਬ ਮੱਖਣ ਸ਼ਾਹ ਜੀ, ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਉਹਨਾਂ ਦੇ ਡੁੱਬਦੇ ਤੇ ਡੋਲਦੇ ਹੋਏ ਬੇੜੇ ਨੂੰ ਸਤਿਗੁਰੂ ਜੀ ਨੇ ਸਹਾਰਾ ਦਿੱਤਾ ਸੀ। ਭਾਈ ਮੱਖਣ ਸ਼ਾਹ ਇਹਨਾਂ ਸਾਰੇ ਡੰਬੀਆਂ ਪਖੰਡੀਆਂ ਦੇ ਕੋਲ ਵੀ ਗਏ, ਪਰ ਸੰਤੁਸ਼ਟੀ ਨਾ ਹੋਈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਨੂੰ ਪਤਾ ਲੱਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਹਜ਼ੂਰੀ 'ਚ ਜਦੋਂ ਭਾਈ ਮੱਖਣ ਸ਼ਾਹ ਪਹੁੰਚੇ, ਉੱਥੇ ਜਾ ਕੇ ਮਹਿਸੂਸ ਹੋਇਆ ਕਿ ਇਹ ਹੈ ਮੇਰੇ ਗੁਰੂ ਦੀ ਗੋਦ, ਇਹ ਹੈ ਮੇਰੇ ਗੁਰੂ ਦੀ ਹਜ਼ੂਰੀ। ਤੇ ਸਤਿਗੁਰਾਂ ਦੇ ਦੀਦਾਰ ਕਰਕੇ ਫਿਰ ਕੋਠੇ ਤੇ ਚੜ੍ਹ ਕੇ ਉਹਨਾਂ ਨੇ ਰੌਲਾ ਪਾ ਕੇ ਕਿਹਾ, ਗੁਰ ਲਾ ਦੋ ਰੇ, ਗੁਰ ਲਾ ਦੋ ਰੇ। ਗੁਰੂ ਕੀ ਸੰਗਤ, ਇੱਧਰ ਉੱਧਰ ਕਿਸੇ ਡੰਬੀ ਪਖੰਡੀ ਦੇ ਪਿੱਛੇ ਭਟਕਣ ਦੀ ਲੋੜ ਨਹੀਂ ਹੈ। ਪੂਰੇ ਗੁਰੂ ਕੇ ਚਰਨਾਂ ਦੇ ਵਿੱਚ ਆ ਕੇ ਜੁੜੋ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਇਹ ਵੇਖੋ, ਫਿਰ ਕਈ ਵਾਰ ਨਹੀਂ ਪਤਾ ਲੱਗਿਆ ਕਿ ਉਹ ਸੁਹਾਵਾ ਥਾਂ ਹੈ ਕਿੱਥੇ ਹੈ ਜਿੱਥੇ ਮੇਰਾ ਗੁਰੂ ਬੈਠਾ ਹੈ। ਫਿਰ ਮਹਾਰਾਜ ਕਹਿੰਦੇ ਕਲਾ ਵਰਤਦੀ ਆ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਤੂਰ ਮੁਖ ਲਾਵਾਂ। ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਪਹੁੰਚੀ। ਵਾਕਿਆ ਹੀ ਗੁਰੂ ਨਾਨਕ ਦੇ ਦਰਬਾਰ ਵਾਲਾ ਆਨੰਦ ਉੱਥੇ ਪਹੁੰਚ ਕੇ ਮਿਲਿਆ। ਤੇ ਫਿਰ ਜਿਸ ਵਕਤ ਪੂਰਾ ਗੁਰੂ ਪ੍ਰਗਟ ਹੋਇਆ, ਤੇ ਜਿਹੜੇ ਡੰਬੀ ਪਖੰਡੀ ਆਪਣੀਆਂ ਮੰਜੀਆਂ ਲਾ ਕੇ ਬੈਠੇ ਸਨ, ਉਹਨਾਂ ਨੂੰ ਭਾਜੜਾਂ ਪੈ ਗਈਆਂ। ਜਿਵੇਂ ਭਾਈ ਗੁਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੀ ਵਡਿਆਈ ਕਰਦਿਆਂ ਗੱਲ ਕਰਦੇ ਹਨ ਕਿ ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲੋਵਾ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ। ਸ਼ੇਰ ਦੇ ਗਰਜਦਿਆਂ ਹਿਰਨਾਂ ਦੀਆਂ ਡਾਰਾਂ ਨੂੰ ਭਾਜੜਾਂ ਪੈਂਦੀਆਂ ਨੇ। ਇੱਦਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਹੋਣ ਦੇ ਨਾਲ ਡੰਬੀਆਂ ਪਖੰਡੀਆਂ ਨੂੰ ਭਾਜੜਾਂ ਪੈ ਗਈਆਂ ਕਿ ਹੁਣ ਇੱਥੇ ਸਾਡੀ ਦਾਲ ਗਲਣ ਵਾਲੀ ਨਹੀਂ ਹੈ। ਪਰ ਇੱਕ ਧੀਰਮਲ ਅੜੀ ਕਰਕੇ ਬੈਠਾ ਰਿਹਾ। ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਹਮਲਾ ਵੀ ਕਰਵਾ ਦਿੱਤਾ। ਗੁਰੂ ਘਰ ਦੀਆਂ ਵਸਤੂਆਂ ਪਿਟਾਵਾਂ ਵੀ ਲੁੱਟੀਆਂ। ਭਾਈ ਮੱਖਣ ਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਧੀਰਮਲ ਨੇ ਆਪਣੇ ਮਸੰਦ ਸ਼ੀਹੇ ਦੇ ਰਾਹੀਂ ਸਤਿਗੁਰਾਂ ਤੇ ਗੋਲੀਆਂ ਚਲਵਾ ਦਿੱਤੀਆਂ ਨੇ, ਤੁਰੰਤ ਭਾਈ ਮੱਖਣ ਸ਼ਾਹ ਧੀਰਮਲ ਨੂੰ ਵੀ ਤੇ ਇਹਦੇ ਮਸੰਦ ਸ਼ੀਹੇ ਨੂੰ ਵੀ ਫੜ ਕੇ ਮਹਾਰਾਜ ਦੇ ਸਾਹਮਣੇ ਪੇਸ਼ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਛੱਡ ਦਵੋ ਇਹਨਾਂ ਨੂੰ। ਜੋ ਇਹਨਾਂ ਨੇ ਕੀਤਾ, ਜੇ ਉਹੀ ਕੁਝ ਅਸੀਂ ਕਰਦੇ ਹਾਂ, ਫਿਰ ਇਹਨਾਂ 'ਚ ਤੇ ਸਾਡੇ 'ਚ ਫਰਕ ਕੀ ਰਵੇਗਾ। ਇਹਨੂੰ ਮਾਇਆ ਦੀ ਭੁੱਖ ਹੈ, ਸਾਰੀਆਂ ਪਿਟਾਵਾਂ ਪਦਾਰਥ ਇਹਨੂੰ ਦੇ ਦਵੋ, ਸਾਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਹੈ। ਜਿਹੜਾ ਧੀਰਮਲ ਸੋਚਦਾ ਸੀ ਕਿ ਮੈਂ ਆਪਣੇ ਆਪ ਨੂੰ ਗੁਰੂ ਸਾਬਤ ਕਰ ਦੇਵਾਂਗਾ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਿਸ਼ਾਲ ਹਿਰਦੇ ਦੇ ਸਾਹਮਣੇ ਇੰਨਾ ਨੀਵਾਂ ਹੋ ਗਿਆ
ਕਿ ਫਿਰ ਇਹਨੇ ਬਕਾਲੇ ਰਹਿਣ ਦੀ ਹਿੰਮਤ ਨਾ ਕੀਤੀ ਤੇ ਰਾਤੋਂ ਰਾਤ ਇਹ ਵੀ ਬਕਾਲਾ ਛੱਡ ਕੇ ਚਲਾ ਗਿਆ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਗਟ ਹੋਏ, ਪ੍ਰਗਟ ਭਇਓ ਗੁਰੂ ਤੇਗ ਬਹਾਦਰ। ਕੁਝ ਸਮਾਂ ਬਕਾਲੇ ਰਹਿਣ ਉਪਰੰਤ ਮਹਾਰਾਜ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗਏ ਗੁਰੂ ਤੇਗ ਬਹਾਦਰ ਸਾਹਿਬ। ਪਰ ਉੱਥੇ ਵੀ ਕੁਝ ਕਪਟੀ ਲੋਕ ਬੈਠੇ ਸਨ, ਦੁਸ਼ਟ ਬਿਰਤੀ ਵਾਲੇ ਮਸੰਦ, ਜਿਨ੍ਹਾਂ ਨੇ ਆਪਣਾ ਕਬਜ਼ਾ ਜਮਾਇਆ ਹੋਇਆ ਸੀ। ਉਹਨਾਂ ਲੋਕਾਂ ਨੇ ਸੋਚਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਹੀ ਪੱਕਾ ਰਹਿ ਗਏ ਫਿਰ ਸਾਡੀ ਦਾਲ ਕੋਈ ਨਹੀਂ ਗਲਣੀ ਹੈ। ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ। ਵੇਖੋ ਕਿੰਨੀ ਦੁਸ਼ਟਤਾ, ਗੁਰੂ ਦੇ ਲਈ ਗੁਰੂ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਉਹਨਾਂ ਜ਼ਾਲਮਾਂ ਨੇ। ਜਿਹੜਾ ਅਸਥਾਨ ਸਤਿਗੁਰਾਂ ਨੇ ਡਿੱਠੇ ਸਭੇ ਥਾਮ, ਨਹੀਂ ਤੁਧ ਜਿਹਾ ਐਸਾ ਅਸਥਾਨ ਬਣਾਇਆ। 4 ਦਰਵਾਜ਼ੇ ਰੱਖ ਕੇ ਕਿਹਾ ਕਿ ਇਹ ਘਰ ਦੇ ਦਰਵਾਜ਼ੇ ਸਾਰੀ ਮਨੁੱਖਤਾ ਦੇ ਲਈ ਖੁੱਲੇ ਹਨ। ਅੱਜ ਘਰ ਦੇ ਮਾਲਕ ਦੇ ਲਈ ਘਰ ਦੇ ਦਰਵਾਜ਼ੇ ਬੰਦ ਹੋ ਗਏ। ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ। ਸਤਿਗੁਰਾਂ ਨੇ ਥੜਾ ਸਾਹਿਬ ਵਾਲੇ ਅਸਥਾਨ ਤੇ ਲਾਇਆ ਦੀਵਾਨ, ਉਥੋਂ ਮਹਾਰਾਜ ਵੱਲੇ ਚਲੇ ਗਏ। ਭਾਈ ਮੱਖਣ ਸ਼ਾਹ ਇਹਨਾਂ ਦੁਸ਼ਟ ਮਸੰਦਾਂ ਨੂੰ ਵੀ ਫੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਪੇਸ਼ ਕਰਦੇ ਨੇ। ਮਹਾਰਾਜ ਨੇ ਇੱਕੋ ਬਚਨ ਕਿਹਾ, ਨੈ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਤੁਸੀਂ ਤੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜੇ ਹੋਏ ਹੋ। ਤੁਹਾਡੀ ਹਾਲਤ ਤੇ ਉਸ ਜੋਕ ਵਰਗੀ ਹੈ ਜਿਹੜੀ ਪਸ਼ੂ ਦੇ ਥਣ ਦੇ ਨਾਲ ਲੱਗ ਕੇ ਵੀ ਸਾਰੀ ਜ਼ਿੰਦਗੀ ਖੂਨ ਹੀ ਪੀਂਦੀ ਹੈ, ਦੁੱਧ ਕੋਈ ਨਹੀਂ ਪੀਂਦੀ ਹੈ। ਤੁਹਾਡੀ ਹਾਲਤ ਉਸ ਡੱਡੂ ਵਰਗੀ ਹੈ ਜਿਹੜਾ ਕਮਲ ਦੇ ਫੁੱਲ ਦੇ ਨੇੜੇ ਹੈ, ਸਾਰੀ ਜ਼ਿੰਦਗੀ ਗਾਰ ਹੀ ਖਾਂਦਾ ਰਹਿੰਦਾ ਹੈ, ਕਮਲ ਦੇ ਫੁੱਲ ਦੀ ਸੁਗੰਧੀ ਦਾ ਆਨੰਦ ਕੋਈ ਨਹੀਂ ਮਾਣਦਾ ਹੈ। ਨੈ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਡੱਲੇ ਦੀਆਂ ਸੰਗਤਾਂ ਨੇ ਬੜੀ ਸੇਵਾ ਕੀਤੀ। ਮਹਾਰਾਜ ਨੇ ਡੱਲਾ ਗੁਰੂ ਕਾ ਗੱਲਾ ਕਿਹਾ, ਮਾਈਆਂ ਰੱਬ ਰਜਾਈਆਂ ਕਿਹਾ। ਇਥੋਂ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਫਿਰ ਬਕਾਲੇ ਆਏ। ਕੁਝ ਸਮਾਂ ਬਕਾਲੇ ਰਹਿਣ ਉਪਰੰਤ ਫਿਰ ਸਤਿਗੁਰੂ ਜੀ ਕੀਰਤਪੁਰ ਸਾਹਿਬ ਵਿਖੇ ਗਏ ਹਨ। ਕੁਝ ਸਮਾਂ ਕੀਰਤਪੁਰ ਬਤੀਤ ਕਰਨ ਉਪਰੰਤ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਥੋਂ 10-12 ਮੀਲ ਦੂਰ ਮਾਖੋਵਾਲ ਪਿੰਡ ਦੀ ਜ਼ਮੀਨ ਕਹਿਲੂਰ ਦੇ ਰਾਜੇ ਦੇ ਕੋਲੋਂ ਖਰੀਦੀ ਹੈ। ਉੱਥੇ ਫਿਰ ਸਤਿਗੁਰਾਂ ਨੇ ਇੱਕ ਨਗਰ ਵਸਾਇਆ, ਜਿਹੜੇ ਨਗਰ ਦਾ ਨਾਮ ਪਹਿਲਾਂ ਰੱਖਿਆ ਗਿਆ ਚੱਕ ਨਾਨਕੀ। ਅੱਜ ਉਸ ਨਗਰ ਨੂੰ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਂ ਦੇ ਨਾਲ ਯਾਦ ਕਰਦੇ ਹਾਂ। ਅਨੰਦਪੁਰ ਸਾਹਿਬ ਸਤਿਗੁਰਾਂ ਨੇ ਆਬਾਦ ਕੀਤਾ। ਹੁਣ ਇੱਥੇ ਭਗਤੀ ਦੇ ਪ੍ਰਵਾਹ ਚੱਲੇ, ਬਾਣੀ ਦੇ ਪ੍ਰਵਾਹ ਚੱਲੇ। ਸੰਗਤ ਗੁਰੂ ਕੇ ਦੀਦਾਰ ਕਰਨ ਦੇ ਲਈ ਅਨੰਦਪੁਰ ਸਾਹਿਬ ਪਹੁੰਚਦੀ ਹੈ। ਇੱਥੋਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪ੍ਰਚਾਰ ਦੌਰਿਆਂ ਦੀ ਆਰੰਭਤਾ ਕਰਦੇ ਹਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਤੋਂ ਚੱਲੇ ਨੇ। ਇੱਧਰ ਮਾਲਵੇ ਦੇ ਇਲਾਕੇ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਰੇ ਹਨ। ਸੈਫਦੀਨ ਦੇ ਕੋਲ ਸੈਫਾਬਾਦ ਵਿਖੇ ਸਤਿਗੁਰੂ ਗਏ। ਫਿਰ ਮਹਾਰਾਜ ਜਿੱਥੇ ਪਟਿਆਲੇ ਦੁੱਖ ਨਿਵਾਰਨ ਸਾਹਿਬ ਵਾਲਾ ਪਾਵਨ ਅਸਥਾਨ ਹੈ, ਇੱਥੇ ਚੇਚਕ ਦੇ ਰੋਗੀ ਨੂੰ ਸਤਿਗੁਰੂ ਨੇ ਰਹਿਮਤ ਕਰਕੇ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕੀਤੀ। ਇਥੋਂ ਚੱਲ ਕੇ ਅੱਗੇ ਇੱਕ ਪਿੰਡ ਹੈ ਆਲੋ ਅਰਖ। ਇਹ ਆਲੋ ਅਰਖ ਜਿਹੜਾ ਪਿੰਡ ਹੈ, ਇਤਿਹਾਸਕਾਰ ਕਹਿੰਦੇ ਹਨ ਕਿ ਸਾਹਿਬਜ਼ਾਦਿਆਂ ਨੂੰ ਜਿਸ ਵਕਤ ਇੱਥੇ ਸਰਹੰਦ ਦੀ ਧਰਤੀ ਤੇ ਸ਼ਹੀਦ ਕੀਤਾ ਗਿਆ, ਉਪਰੰਤ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਦੇ ਸੰਸਕਾਰ ਦੇ ਲਈ ਟੋਡਰ ਮੱਲ ਨੇ ਜੋਤੀ ਸਰੂਪ ਵਾਲੀ ਜਗ੍ਹਾ ਖਰੀਦੀ। ਉੱਥੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਜੀ ਦਾ ਸਰੀਰ ਦਾ ਸੰਸਕਾਰ ਕੀਤਾ ਗਿਆ ਰਾਤੋਂ ਰਾਤ, ਤੇ ਅਸਥੀਆਂ ਉਹਨਾਂ ਨੇ ਸੰਭਾਲੀਆਂ। ਇੱਥੋਂ ਅਸਥੀਆਂ ਲੈ ਕੇ ਉਹਨਾਂ ਦਾ ਪਿੰਡ ਭਵਾਨੀਗੜ੍ਹ ਦੇ ਨੇੜੇ ਸੀ, ਬੜਰੁੱਖਾ ਪਿੰਡ, ਉਧਰ ਨੂੰ ਚੱਲ ਪਏ। ਇਧਰ ਹਕੂਮਤ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੇ ਤੁਰੰਤ ਆਪਣੇ ਸਿਪਾਹੀ ਉੱਥੇ ਬੜਰੁੱਖੇ ਪਿੰਡ ਵਿਖੇ ਲਗਾ ਦਿੱਤੇ ਕਿ ਜਿਸ ਵਕਤ ਟੋਡਰ ਮੱਲ ਉੱਥੇ ਆਵੇ ਉਹਨੂੰ ਗ੍ਰਿਫਤਾਰ ਕਰਨਾ ਹੈ, ਅਸਥੀਆਂ ਕਬਜ਼ੇ 'ਚ ਲੈਣੀਆਂ ਹਨ। ਤੇ ਟੋਡਰ ਮੱਲ ਨੂੰ ਪਤਾ ਲੱਗ ਗਿਆ ਕਿ ਇੱਦਾਂ ਉੱਥੇ ਨਾਕਾਬੰਦੀ ਹੋ ਚੁੱਕੀ ਹੈ।
ਉਹ ਫਿਰ ਅਸਥੀਆਂ ਲੈ ਕੇ ਤੇ ਆਲੋ ਅਰਖ ਪਿੰਡ ਵਿਖੇ ਪਹੁੰਚ ਗਏ, ਜਿੱਥੇ ਕਿਸੇ ਵਕਤ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਚਰਨ ਪਾਏ ਸਨ। ਤੇ ਉੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਚਰਨ ਪਾਏ ਸਨ, ਉੱਥੇ ਉਹ ਅਸਥੀਆਂ ਵਾਲੀ ਜਿਹੜੀ ਗਾਗਰ ਸੀ ਜ਼ਮੀਨ ਦੇ ਵਿੱਚ ਦਫਨਾ ਦਿੱਤੀ ਗਈ ਸੀ। ਹੁਣ ਵੀ ਫਤਿਹਗੜ੍ਹ ਸਾਹਿਬ ਵਿਖੇ ਜਦੋਂ ਸ਼ਹੀਦੀ ਜੋੜ ਮੇਲਾ ਹੁੰਦਾ ਹੈ ਤੇ ਉਦੋਂ ਅਗਲੇ ਦਿਨ ਇੱਕ ਦਿਨ ਤੇ ਫਤਿਹਗੜ੍ਹ ਸਾਹਿਬ ਵਿਖੇ ਨਗਰ ਕੀਰਤਨ ਨਿਕਲਦਾ ਹੈ, ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਤੱਕ। ਉਸ ਤੋਂ ਅਗਲੇ ਦਿਨ ਫਿਰ ਨਗਰ ਕੀਰਤਨ ਜੋਤੀ ਸਰੂਪ ਤੋਂ ਲੈ ਕੇ ਆਲੋ ਅਰਖ ਪਿੰਡ ਤੱਕ ਜਾਂਦਾ ਹੈ, ਜਿੱਥੇ ਟੋਡਰ ਮੱਲ ਸਾਹਿਬਜ਼ਾਦਿਆਂ ਦੀਆਂ ਤੇ ਮਾਤਾ ਗੁਜਰੀ ਦੀਆਂ ਅਸਥੀਆਂ ਲੈ ਕੇ ਗਏ ਸਨ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ। ਉਦੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਵਿਚਰਦਿਆਂ ਹੋਇਆਂ ਤਮਤਾਨ ਨਗਰ ਵਿਖੇ ਪਹੁੰਚੇ ਹਨ। ਇੱਥੇ ਇੱਕ ਦਗੋ ਨਾਮ ਦੇ ਚੌਧਰੀ ਨੇ ਸਤਿਗੁਰਾਂ ਨੂੰ ਦੁੱਧ ਭੇਟ ਕੀਤਾ। ਮਹਾਰਾਜ ਨੇ ਛਕਣ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇਹ ਗਰੀਬਾਂ ਦੇ ਪਸ਼ੂ ਆਪਣੇ ਕਬਜ਼ੇ 'ਚ ਕਰਕੇ ਤੇ ਉਹਨਾਂ ਦਾ ਦੁੱਧ ਚੋਂਦਾ ਸੀ, ਤੇ ਪਸ਼ੂਆਂ ਮੱਝਾਂ ਗਾਵਾਂ ਦੇ ਬਛੜਿਆਂ ਬਛੜੀਆਂ ਨੂੰ ਵੀ ਦੁੱਧ ਨਹੀਂ ਸੀ ਪੀਣ ਦਿੰਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਇਹ ਸਾਨੂੰ ਭੇਟਾ ਪ੍ਰਵਾਨ ਨਹੀਂ ਹੈ ਜਿਹੜੀ ਤੂੰ ਜ਼ੋਰ ਜ਼ਬਰਦਸਤੀ ਕਰਕੇ ਦੂਜਿਆਂ ਦਾ ਹੱਕ ਖੋਇਆ ਹੈ। ਗੁਰੂ ਨਾਨਕ ਦੇ ਘਰ ਦਾ ਸਿਧਾਂਤ ਤੇ ਇਹ ਹੈ ਕਿ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਇਹਨੇ ਹੱਥ ਜੋੜੇ ਸਤਿਗੁਰਾਂ ਦੇ ਚਰਨਾਂ 'ਚ ਸੀਸ ਝੁਕਾ ਕੇ ਕਿਹਾ, ਮਹਾਰਾਜ ਅੱਜ ਤੋਂ ਬਾਅਦ ਮੈਂ ਇਹ ਪਾਪ ਨਹੀਂ ਕਰਾਂਗਾ। ਇੱਥੇ ਹੀ ਤਮਤਾਨ ਨਗਰ ਵਿਖੇ ਇੱਕ ਗੁਰੂ ਕਾ ਸਿੱਖ ਭਾਈ ਰਾਮਦੇਵ, ਜਿਹੜਾ ਮਹਾਰਾਜ ਦੇ ਕਾਫਲੇ ਦੇ ਨਾਲ ਚੱਲਦਾ ਸੀ ਤੇ ਜਲ ਵਰਤਾਉਣ ਦੀ ਸੇਵਾ ਕਰਿਆ ਕਰਦਾ ਸੀ। ਦਿਨ ਰਾਤ ਇਹ ਗੁਰੂ ਕੇ ਸਿੱਖ ਦੇ ਸਿਰ ਤੇ ਪਾਣੀ ਦੀ ਗਾਗਰ ਰਹਿੰਦੀ ਸੀ, ਤੇ ਕਹਿੰਦੇ ਸਿਰ ਤੇ ਲਗਾਤਾਰ ਉਹ ਬਿੰਨੂ ਰੱਖਣ ਕਰਕੇ ਸਿਰ 'ਚ ਕੁਝ ਜ਼ਖਮ ਬਣ ਗਏ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿੱਖਾਂ ਨੇ ਦੱਸਿਆ, ਮਹਾਰਾਜ ਭਾਈ ਰਾਮਦੇਵ ਦੇ ਸਿਰ 'ਚ ਜ਼ਖਮ ਬਣ ਗਏ ਹਨ, ਹਰ ਵਕਤ ਪਾਣੀ ਦੀ ਗਾਗਰ ਸਿਰ ਤੇ ਰੱਖਣ ਕਰਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸਿੱਖ ਨੂੰ ਆਪਣੇ ਕੋਲ ਬੁਲਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰ ਤੇ ਜ਼ਖਮਾਂ ਤੇ ਮਲਮ ਪੱਟੀ ਲਗਾਈ ਕੀਤੀ, ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਰਾਮਦੇਵ ਤੇਰੀ ਸੇਵਾ ਤੋਂ ਅਸੀਂ ਪ੍ਰਸੰਨ ਹਾਂ। ਮਹਾਰਾਜ ਨੇ ਰਹਿਮਤ ਕਰਕੇ ਇੱਕ ਘੋੜਾ ਬਖਸ਼ਿਆ ਇਹ ਸਿੱਖ ਨੂੰ, ਇੱਕ ਨਿਸ਼ਾਨ ਸਾਹਿਬ ਦੀ ਦਾਤ ਬਖਸ਼ੀ, ਇੱਕ ਨਗਾਰੇ ਦੀ ਦਾਤ ਬਖਸ਼ੀ, ਤੇ ਨਾਲ ਸਤਿਗੁਰਾਂ ਨੇ ਕਿਹਾ ਕਿ ਤੂੰ ਅੱਜ ਤੋਂ ਰਾਮਦੇਵ ਨਹੀਂ ਹੈ, ਤੂੰ ਤੇ ਸੰਗਤ ਦੇ ਵਿੱਚ ਜਲ ਦਾ ਮੀਂਹ ਵਰਾ ਦਿੱਤਾ ਹੈ, ਇਸ ਕਰਕੇ ਭਾਈ ਸਿੱਖਾ ਤੂੰ ਤੇ ਗੁਰੂ ਕਾ ਮੀਂਹਾ ਹੈ, ਮੀਂਹ ਸਾਹਿਬ ਹੈ ਤੂੰ। ਇਹ ਸਿੱਖ ਦਾ ਨਾਂ ਹੀ ਸਤਿਗੁਰਾਂ ਨੇ ਭਾਈ ਮੀਂਹਾ ਰੱਖ ਦਿੱਤਾ, ਤੇ ਇਤਿਹਾਸ ਅੰਦਰ ਫਿਰ ਇਸ ਸਿੱਖ ਨੂੰ ਭਾਈ ਮੀਂਹੇ ਦੇ ਨਾਮ ਦੇ ਨਾਲ ਹੀ ਜਾਣਿਆ ਜਾਂਦਾ ਹੈ। ਦਸਮ ਪਾਤਸ਼ਾਹ ਦੇ ਸਮੇਂ ਤੱਕ ਇਹ ਸਿੱਖ ਸੇਵਾ ਕਰਦਾ ਰਿਹਾ। ਇੱਕ ਦਿਨ ਕਹਿੰਦੇ ਮਹਾਰਾਜ ਦਸਮ ਪਾਤਸ਼ਾਹ ਜੀ ਦਾ ਦਰਬਾਰ ਲੱਗਿਆ ਸੀ, ਤੇ ਇਹ ਘੋੜੇ ਤੇ ਨਗਾਰਾ ਵਜਾਈ ਜਾਏ ਦਰਬਾਰ ਦੇ ਬਾਰ-ਬਾਰ। ਅੰਦਰ ਵਿਚਾਰਾਂ ਕਥਾ ਕੀਰਤਨ ਚੱਲ ਰਿਹਾ ਸੀ, ਬਾਹਰ ਬੂਹੇ ਤੇ ਨਗਾਰਾ ਵਜਾਈ ਜਾਏ। ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਜਾਓ ਇਹਦੇ ਕੋਲੋਂ ਨਗਾਰਾ ਵੀ ਖੋਹ ਲਿਆਓ ਤੇ ਨਿਸ਼ਾਨ ਵੀ ਖੋਹ ਲਿਆਓ। ਸਿੱਖ ਗਏ, ਨਗਾਰਾ ਵੀ ਖੋਹ ਲਿਆ, ਨਿਸ਼ਾਨ ਵੀ ਖੋਹ ਲਿਆ। ਇਹ ਚੁੱਪ-ਚਾਪ ਆਇਆ ਤੇ ਮਹਾਰਾਜ ਦੇ ਦਰਬਾਰ 'ਚ ਬਹਿ ਗਿਆ। ਸਤਿਗੁਰੂ ਕਹਿਣ ਲੱਗੇ, ਭਾਈ ਮੀਹਾਂ ਜੀ ਬੁਰਾ ਨਹੀਂ ਲੱਗਿਆ ਤੁਹਾਡੇ ਕੋਲੋਂ ਨਗਾਰਾ ਤੇ ਨਿਸ਼ਾਨ ਖੋਹ ਲਿਆ ਹੈ। ਇਹ ਕਹਿਣ ਲੱਗਾ, ਮਹਾਰਾਜ ਤੁਹਾਡੀਆਂ ਦਾਤਾਂ ਸਨ, ਬਖਸ਼ੀਆਂ ਵੀ ਤੁਸੀਂ ਤੇ ਵਾਪਸ ਵੀ ਤੁਸੀਂ ਲੈ ਲਈਆਂ, ਮੈਂ ਨਾਰਾਜ਼ ਕਿਉਂ ਹੋਣਾ ਹੈ। ਮਹਾਰਾਜ ਬੜੇ ਖੁਸ਼ ਹੋਏ। ਸਤਿਗੁਰਾਂ ਨੇ ਨਗਾਰਾ ਵੀ ਬਖਸ਼ ਦਿੱਤਾ ਔਰ ਨਿਸ਼ਾਨ ਵੀ ਬਖਸ਼ ਦਿੱਤਾ। ਆਪਣੇ ਵੱਲੋਂ ਇੱਕ ਕਿਰਪਾਨ ਦੀ ਦਾਤ ਵੀ ਸਤਿਗੁਰੂ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਜੀ ਨੇ ਇਹਨੂੰ ਬਖਸ਼ੀ। ਖੈਰ ਗੁਰੂ ਤੇਗ ਬਹਾਦਰ ਮਹਾਰਾਜ ਤਮਤਾਨ ਤੋਂ ਅੱਗੇ ਇੱਕ ਪਿੰਡ ਹੈ ਮਹਾਰਾਜ ਜਿੱਥੇ ਪਹੁੰਚੇ, ਗੰਡੂਆ ਪਿੰਡ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦਾ ਸਿੱਖ ਸੀ ਭਾਈ ਮੁਗਲੂ। ਜੰਗ ਜਿੱਤਣ ਉਪਰੰਤ ਮਹਾਰਾਜ ਜਦੋਂ ਸੇਵਕਾਂ ਸਿੱਖਾਂ ਨੂੰ ਮਾਣ ਸਨਮਾਨ ਬਖਸ਼ਦੇ ਨੇ, ਤੇ ਇਹ ਭਾਈ ਮੁਗਲੂ ਵੀ ਸਤਿਗੁਰਾਂ ਦੇ ਸਾਹਮਣੇ
ਮਹਾਰਾਜ ਕਹਿਣ ਲੱਗੇ, ਸਿੱਖਾ ਤੂੰ ਮੈਦਾਨੇ ਜੰਗ 'ਚ ਬੜੀ ਬਹਾਦਰੀ ਸੂਰਬੀਰਤਾ ਵਿਖਾਈ ਹੈ। ਮੰਗ ਕੀ ਮੰਗਣਾ ਹੈ, ਜੋ ਮੰਗੇਗਾ ਮਿਲੇਗਾ। ਤੇ ਇਹ ਭਾਈ ਮੁਗਲੂ ਕਹਿਣ ਲੱਗਾ, ਮਹਾਰਾਜ ਵੇਖੋ, ਇੱਛਾ ਤੇ ਮੇਰੀ ਇਹ ਸੀ ਕਿ ਮੈਂ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀਵਾਂ, ਪਰ ਸ਼ਹਾਦਤ ਵੀ ਆਖਰ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਮੈਨੂੰ ਲੱਗਦਾ ਮੇਰੇ ਭਾਗਾਂ ਦੇ ਵਿੱਚ ਸ਼ਹਾਦਤ ਨਹੀਂ ਲਿਖੀ ਸੀ। ਇਸ ਕਰਕੇ ਜ਼ਾਲਮ ਦਾ ਕੋਈ ਹਥਿਆਰ ਤੁਹਾਡੇ ਸਿੱਖ ਦੇ ਸਰੀਰ ਦਾ ਨੁਕਸਾਨ ਨਹੀਂ ਕਰ ਸਕਿਆ। ਪਰ ਹੁਣ ਜੇ ਤੁਸੀਂ ਤੁਰੁੱਠੇ ਹੋ ਤੇ ਮੇਰੇ ਤੇ ਇੰਨੀ ਰਹਿਮਤ ਕਰੋ, ਮੈਂ ਚਾਹੁੰਦਾ ਹਾਂ ਕਿ ਜਦੋਂ ਮੇਰੀ ਜ਼ਿੰਦਗੀ ਦਾ ਅਖੀਰਲਾ ਸਵਾਸ ਨਿਕਲੇ ਤੇ ਮੇਰਾ ਸੀਸ ਮੇਰੇ ਗੁਰੂ ਦੀ ਗੋਦ ਦੇ ਵਿੱਚ ਹੋਏ, ਹੋਰ ਕੁਝ ਨਹੀਂ ਚਾਹੀਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਇਦਾਂ ਹੀ ਹੋਏਗਾ। ਸਤਿਗੁਰਾਂ ਅਸੀਸ ਦਿੱਤੀ, ਕਿਹਾ ਹੁਣ ਤੂੰ ਜਾ ਆਪਣੇ ਘਰ ਪਰਿਵਾਰ ਦੇ ਕੋਲ, ਜਦੋਂ ਸਮਾਂ ਆਇਆ ਅਸੀਂ ਆਪੇ ਹੀ ਪਹੁੰਚ ਜਾਵਾਂਗੇ। ਹੁਣ ਇਹ ਭਾਈ ਮੁਗਲੂ ਸਿੱਖ ਬਜ਼ੁਰਗੀ ਦੀ ਉਮਰ 'ਚ ਪਹੁੰਚ ਚੁੱਕਿਆ ਹੈ। ਜੀਵਨ ਦਾ ਅਖੀਰਲਾ ਸਮਾਂ ਨੇੜੇ ਆਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵਿਚਰਦਿਆਂ ਮਾਲਵੇ ਇਲਾਕੇ ਦੇ ਵਿੱਚ ਗੰਡੂਆ ਪਿੰਡ ਵਿਖੇ ਪਹੁੰਚੇ। ਭਾਈ ਮੁਗਲੂ ਦੇ ਘਰ ਵਿਖੇ ਦਰਵਾਜ਼ਾ ਖੜਕਾਇਆ। ਘਰ ਵਾਲਿਆਂ ਨੇ ਦਰਵਾਜ਼ਾ ਖੋਲ੍ਹਿਆ, ਵੇਖਿਆ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਮਹਾਰਾਜ। ਪਰਿਵਾਰ ਨਿਹਾਲ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਘਰ ਪਹੁੰਚੇ। ਭਾਈ ਮੁਗਲੂ ਨੂੰ ਸਤਿਗੁਰੂ ਕਹਿਣ ਲੱਗੇ, ਵੇਖ ਭਾਈ ਮੁਗਲੂ, ਤੇਰੀ ਇੱਛਾ ਪੂਰੀ ਕਰਨ ਦੇ ਲਈ ਅਸੀਂ ਪਹੁੰਚ ਗਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸੁਭਾਗੀ ਗੋਦ ਭਾਈ ਮੁਗਲੂ ਨੂੰ ਨਸੀਬ ਹੋਈ। ਗੁਰੂ ਕੇ ਦੀਦਾਰ ਕਰਦਿਆਂ ਕਰਦਿਆਂ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਸਿੱਖ ਦੀ ਭਾਵਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੂਰੀ ਕੀਤੀ। ਜਿਹੜੇ ਬਚਨ 6ਵੇਂ ਜਾਮੇ ਦੇ ਵਿੱਚ ਕੀਤੇ ਸਨ, 9ਵੇਂ ਜਾਮੇ ਦੇ ਵਿੱਚ ਉਹ ਬਚਨ ਪੂਰੇ ਕਰਦਿਆਂ ਹੋਇਆ ਸਿੱਖ ਨੂੰ ਸਤਿਗੁਰਾਂ ਨੇ ਨਦਰੋਂ ਨਦਰੀ ਨਿਹਾਲ ਕੀਤਾ। ਗੁਰੂ ਕੀ ਗੋਦ ਦੇ ਵਿੱਚ ਭਾਈ ਮੁਗਲੂ ਨੇ ਅਖੀਰਲਾ ਸਾਹ ਲਿਆ ਤੇ ਗੁਰੂ ਕੀਆਂ ਖੁਸ਼ੀਆਂ ਲੈਂਦਿਆਂ ਹੋਇਆ ਤੇ ਮੁਖ ਉਜਲਾ ਕਰਕੇ ਸੰਸਾਰ ਤੋਂ ਸੁਰਖਰੂ ਹੋਇਆ। ਇਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਮਾਲਵੇ ਦੇ ਇਲਾਕੇ 'ਚ ਵਿਚਰਦਿਆਂ ਹੋਇਆ ਜੀਂਦ ਵਾਲੇ ਪਾਸੇ ਸਤਿਗੁਰੂ ਗਏ। ਫਿਰ ਮਹਾਰਾਜ ਇੱਧਰੋਂ ਵਿਚਰਦਿਆਂ ਸਮੁੱਚੇ ਇਲਾਕੇ 'ਚੋਂ ਵਿਚਰਦਿਆਂ ਬਿਹਾਰ ਵਾਲੇ ਪਾਸੇ ਜਾਂਦੇ ਨੇ। ਉੱਥੇ ਸਸ ਰਾਮ ਨਗਰ, ਜਿੱਥੇ ਗੁਰੂ ਕਾ ਬਹੁਤ ਸਿਦਕਵਾਨ ਸਿੱਖ ਪਿਆਰਾ ਸਿੱਖ ਰਹਿੰਦਾ ਹੈ, ਭਾਈ ਫੱਗੂ, ਜਿਨੇ ਘਰ ਦਾ ਦਰਵਾਜ਼ਾ ਇਸ ਕਰਕੇ ਵੱਡਾ ਉੱਚਾ ਬਣਾਇਆ ਸੀ ਕਿ ਇੱਕ ਦਿਨ ਮੇਰੇ ਗੁਰੂ ਨੇ ਮੇਰੇ ਘਰ ਆਉਣਾ ਹੈ, ਤੇ ਜਿੱਦਣ ਮੇਰਾ ਗੁਰੂ ਮੇਰੇ ਘਰ ਆਵੇ ਤੇ ਮੇਰੇ ਗੁਰੂ ਨੂੰ ਮੇਰੇ ਘਰ ਆਉਣ ਦੇ ਲਈ ਘੋੜੇ ਤੋਂ ਹੇਠਾਂ ਉਤਰ ਕੇ ਪੈਦਲ ਚੱਲਣ ਦੀ ਖੇਚਲ ਨਾ ਕਰਨੀ ਪਵੇ। ਗੁਰੂ ਘੋੜੇ ਤੇ ਅਸਵਾਰ ਹੋਏ ਘਰ ਦੇ ਅੰਦਰ ਪ੍ਰਵੇਸ਼ ਕਰਨ। ਤੇ ਅੰਦਰ ਇੱਕ ਥੜਾ ਬਣਾਇਆ ਸੀ ਕਿ ਜਿੱਦਣ ਸਤਿਗੁਰੂ ਆਉਣਗੇ ਮੈਂ ਬੇਨਤੀ ਕਰਾਂਗਾ, ਮਹਾਰਾਜ ਇਸ ਥੜੇ ਤੇ ਸੁਭਾਏਮਾਨ ਹੋ ਕੇ ਦੀਵਾਨ ਲਾਓ ਤੇ ਸੰਗਤ ਨੂੰ ਦਰਸ਼ਨ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿੱਖ ਦਿਨ ਰਾਤ ਅਰਦਾਸਾਂ ਕਰਦਿਆਂ ਯਾਦ ਕਰਦਾ ਹੈ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ, ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਣੋ ਇੱਕ ਦੀਨਾ, ਦੇਹੋ ਦਰਸ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਇਸ ਸਿੱਖ ਦੀ ਭਾਵਨਾ ਨੂੰ ਪੂਰੀਆਂ ਕਰਨ ਦੇ ਲਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਿੱਖ ਦੇ ਘਰ ਪਹੁੰਚੇ। ਜਿੱਦਾਂ ਸਿੱਖ ਦੀ ਭਾਵਨਾ ਸੀ ਬਿਲਕੁਲ ਉਸੇ ਤਰ੍ਹਾਂ ਮਹਾਰਾਜ ਘੋੜੇ ਤੇ ਅਸਵਾਰ ਹੋ ਕੇ ਘਰ 'ਚ ਗਏ ਹਨ। ਤੇ ਜਿਹੜਾ ਥੜਾ ਇਹਨੇ ਸਤਿਗੁਰਾਂ ਦੇ ਬਿਰਾਜਣ ਦੇ ਲਈ ਤਿਆਰ ਕੀਤਾ ਸੀ, ਉਸ ਥੜੇ ਤੇ ਬਹਿ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦੀਵਾਨ ਲਗਾਇਆ ਤੇ ਇਹਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ। ਹੁਣ ਇਹ ਕਿੰਨਾ ਪਿਆਰ ਵਾਲਾ ਸਿੱਖ ਹੈ, ਇਹਦੀ ਮਿਸਾਲ ਉੱਥੋਂ ਸਾਨੂੰ ਹੋਰ ਇੱਕ ਮਿਲਦੀ ਹੈ। ਮਹਾਰਾਜ ਕਹਿਣ ਲੱਗੇ, ਭਾਈ ਫੱਗੂ, ਹੁਣ ਜਿਹੜੀਆਂ ਸੇਵਾਵਾਂ ਭਟਾਵਾਂ ਤੇਰੇ ਕੋਲ ਹਨ ਲਿਆ ਕਰ ਭੇਟ ਗੁਰੂ ਘਰ ਦੀਆਂ ਅਮਾਨਤਾਂ ਖਮਾਨਤਾਂ, ਫਿਰ ਅਸੀਂ ਇੱਥੋਂ ਅੱਗੇ ਜਾਈਏ।
ਤੇ ਜਿਹੜੀ ਗੁਰੂ ਘਰ ਦੀ ਦਸਵੰਧ ਦੀ ਸੇਵਾ ਭੇਟਾ ਇਹਨੇ ਇਕੱਠੀ ਕੀਤੀ ਸੀ, ਸਾਰਾ ਕੁਝ ਲਿਆ ਕੇ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਅਜੇ ਸਾਰਾ ਕੁਝ ਨਹੀਂ ਆਇਆ, ਕੁਝ ਰਹਿੰਦਾ ਹੈ, ਉਹ ਵੀ ਭੇਟ ਕਰੋ। ਤੇ ਭਾਈ ਫੱਗੂ ਦਾ ਸਰੀਰ ਕੰਬ ਉੱਠਿਆ ਕਿ ਮੈਂ ਤੇ ਇਮਾਨਦਾਰੀ ਦੇ ਨਾਲ ਤਿਲ ਗੁਰੂ ਅੱਗੇ ਭੇਟ ਕਰ ਦਿੱਤਾ ਹੈ, ਕੋਈ ਮਾਇਆ ਦਾ ਇੱਕ ਟਕਾ ਵੀ ਪਿੱਛੇ ਓਲੇ ਨਹੀਂ ਰੱਖਿਆ ਹੈ। ਤੇ ਫਿਰ ਗੁਰੂ ਕਿਹੜੀ ਹੋਰ ਭੇਟਾ ਦੀ ਗੱਲ ਕਰ ਰਹੇ ਨੇ, ਕਿਉਂਕਿ ਜੇ ਗੁਰੂ ਕਹਿ ਰਹੇ ਨੇ ਤੇ ਸੱਚ ਕਹਿ ਰਹੇ ਹਨ। ਮੈਂ ਹੀ ਕੋਈ ਨਾ ਕੋਈ ਭੁੱਲ ਕੀਤੀ ਹੋਏਗੀ, ਕੋਈ ਭੇਟਾ ਰਹਿ ਗਈ ਹੋਏਗੀ। ਇਹਨੇ ਸਤਿਗੁਰਾਂ ਦੇ ਸਾਹਮਣੇ ਹੱਥ ਜੋੜੇ ਕਹਿਣ ਲੱਗਾ, ਮਹਾਰਾਜ ਜੋ ਮੇਰੇ ਯਾਦ ਦੇ ਵਿੱਚ ਸੀ ਮੈਂ ਸਾਰਾ ਕੁਝ ਤੁਹਾਨੂੰ ਭੇਟ ਕਰ ਦਿੱਤਾ ਹੈ। ਹੋ ਸਕਦਾ ਕਿਸੇ ਚੀਜ਼ ਦਾ ਮੈਨੂੰ ਚੇਤਾ ਨਾ ਹੋਵੇ ਤੇ ਹੋਵੇ ਉਹ ਤੁਹਾਡੇ ਘਰ ਦੀ ਇਮਾਨਤ, ਕਿਰਪਾ ਕਰਕੇ ਤੁਸੀਂ ਆਪ ਮੰਗ ਲਵੋ ਕਿ ਫੱਗੂ ਦੇ ਕੋਲੋਂ ਭੇਟ ਕਰਨ ਵਾਲਾ ਰਹਿ ਕੀ ਗਿਆ ਹੈ। ਮਹਾਰਾਜ ਕਹਿਣ ਲੱਗੇ, ਭਾਈ ਫੱਗੂ ਮਾਇਆ ਭੇਟਾਵਾਂ ਧਨ ਤੇ ਤੂੰ ਸਾਰਾ ਭੇਟ ਕਰ ਦਿੱਤਾ ਹੈ, ਪਰ ਸਾਡੀ ਬੇਰੀ ਦੇ ਬੇਰ ਤੇ ਤੂੰ ਭੇਟ ਹੀ ਨਹੀਂ ਕੀਤੇ ਹਨ। ਉਸੇ ਵਕਤ ਭਾਈ ਫੱਗੂ ਨੇ ਬੇਰੀ ਦੇ ਬੇਰ ਤੋੜੇ ਤੇ ਮਹਾਰਾਜ ਨੂੰ ਭੇਟ ਕੀਤੇ। ਤੇ ਸਿੱਖ ਸੁਣ ਕੇ ਬੜੇ ਹੈਰਾਨ ਕਿ ਇਹ ਬੇਰੀ ਤੇ ਭਾਈ ਫੱਗੂ ਦੇ ਘਰ ਹੈ, ਤੇ ਮਹਾਰਾਜ ਇਹਨੂੰ ਇਸ ਬੇਰੀ ਨੂੰ ਆਪਣੀ ਬੇਰੀ ਕਿਉਂ ਕਹਿ ਰਹੇ ਹਨ। ਸਿੱਖਾਂ ਨੇ ਜਦੋਂ ਪੁੱਛਿਆ ਤੇ ਮਹਾਰਾਜ ਕਹਿਣ ਲੱਗੇ, ਫਿਰ ਭਾਈ ਫੱਗੂ ਤੂੰ ਆਪ ਹੀ ਇਹਨਾਂ ਨੂੰ ਦੱਸ ਦੇ ਕਿ ਇਹ ਬੇਰੀ ਕਿਹਦੀ ਹੈ। ਭਾਈ ਫੱਗੂ ਨੇ ਉੱਥੇ ਦੱਸਿਆ, ਕਹਿਣ ਲੱਗਾ ਮੈਂ ਇੱਕ ਦਿਨ ਦਸਵੰਧ ਦੀ ਸੇਵਾ ਭੇਟਾ ਇਕੱਠੀ ਕਰਨ ਦੇ ਲਈ ਇੱਕ ਪਿੰਡ ਦੇ ਵਿੱਚ ਗਿਆ। ਸਿੱਖ ਘਰ ਨਹੀਂ ਸੀ ਤੇ ਉਹਦੀ ਘਰ ਵਾਲੀ ਭੈਣ ਬੀਬੀ ਘਰ ਸੀ। ਮੈਂ ਦਰਵਾਜ਼ਾ ਖੜਕਾ ਕੇ ਸਤ ਕਰਤਾਰ ਕਹਿ ਕੇ ਕਿਹਾ ਕਿ ਗੁਰੂ ਨਾਨਕ ਦੇ ਘਰ ਦੀ ਸੇਵਾ ਭੇਟਾ ਲੈਣ ਦੇ ਲਈ ਆਇਆ ਹਾਂ, ਜੋ ਇੱਛਾ ਹੈ ਤਿਲ ਫੁੱਲ ਝੋਲੀ 'ਚ ਪਾ ਦੇਵੋ। ਉਹ ਬੀਬੀ ਕਹਿਣ ਲੱਗੀ, ਜੀ ਸਿੱਖ ਘਰ ਨਹੀਂ ਹੈ, ਤੁਸੀਂ ਸ਼ਾਮੀ ਜਾਂ ਕੱਲ ਆਇਓ। ਤੇ ਭਾਈ ਫੱਗੂ ਕਹਿੰਦੇ, ਮੈਂ ਕਿਹਾ ਕਿ ਮੈਂ ਬੜੀ ਦੂਰੋਂ ਚੱਲ ਕੇ ਆਇਆ, ਹੁਣ ਦੁਬਾਰਾ ਆ ਨਹੀਂ ਸਕਦਾ, ਫੇਰ 6 ਮਹੀਨਿਆਂ ਬਾਅਦ ਹੀ ਆਵਾਂਗਾ। ਜੋ ਕੁਝ ਘਰ ਹੈ ਭੇਟ ਕਰ ਦੇਵੋ। ਉਹ ਕਹਿਣ ਲੱਗੀ, ਜੀ ਘਰ ਦੇ ਤੇ ਭਾਂਡੇ ਖਾਲੀ, ਖਾਣ ਦੇ ਲਈ ਆਟਾ ਤੱਕ ਨਹੀਂ ਹੈ, ਮੈਂ ਕੀ ਭੇਟ ਕਰਾਂ। ਭਾਈ ਫੱਗੂ ਕਹਿਣ ਲੱਗੇ, ਜੋ ਤਿਲ ਫੁੱਲ ਭੇਟ ਕਰਨਾ ਹੈ ਕਰ ਦਵੋ। ਤੇ ਉਹ ਖਿਜੀ ਹੋਈ ਬੀਬੀ ਵਿਹੜੇ 'ਚ ਝਾੜੂ ਮਾਰ ਰਹੀ ਸੀ, ਉਹਨੇ ਕੂੜੇ ਦੀ ਮੁੱਠ ਚੁੱਕੀ ਤੇ ਮੇਰੀ ਝੋਲੀ 'ਚ ਪਾ ਦਿੱਤੀ। ਮੈਂ ਸਤ ਕਰਤਾਰ ਕਹਿ ਕੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ ਉਹ ਕੂੜਾ ਹੀ ਝੋਲੀ 'ਚ ਪਵਾਇਆ ਤੇ ਮੈਂ ਆ ਗਿਆ। ਤੇ ਫਿਰ ਉਹ ਕਹਿੰਦੇ, ਘਰ ਆ ਕੇ ਮੈਂ ਉਹ ਕੂੜੇ ਨੂੰ ਇੱਕ ਥਾਂ ਤੇ ਵਿਹੜੇ ਦੇ ਵਿੱਚ ਖਿਲਾਰਿਆ, ਉਹਨੂੰ ਚੰਗੀ ਤਰ੍ਹਾਂ ਵੇਖਿਆ। ਉਸ ਕੂੜੇ ਦੇ ਵਿੱਚੋਂ ਮੈਨੂੰ ਇੱਕ ਬੇਰ ਦੀ ਗਿਟਕ ਮਿਲੀ। ਮੈਂ ਉਹ ਬੇਰ ਦੀ ਗਿਟਕ ਘਰ ਦੇ ਇੱਕ ਕੋਨੇ ਦੇ ਵਿੱਚ ਬੀਜ ਦਿੱਤੀ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਹੁਣ ਉਹ ਬੇਰ ਦਾ ਦਰਖਤ ਬਣ ਗਿਆ ਹੈ, ਜਿਹਨੂੰ ਬੇਰ ਲੱਗੇ ਨੇ। ਤੇ ਇਹ ਬੇਰ ਮੇਰਾ ਨਹੀਂ ਹੈ, ਇਹ ਬੇਰ ਦੇ ਦਰਖਤ ਦੇ ਮਾਲਕ ਤੇ ਗੁਰੂ ਤੇਗ ਬਹਾਦਰ ਸਾਹਿਬ ਹਨ। ਸਾਰੇ ਕਹਿਣ ਲੱਗੇ ਕਿ ਬੜਾ ਮਾੜਾ ਕੀਤਾ ਉਸ ਬੀਬੀ ਨੇ, ਝੋਲੀ 'ਚ ਕੂੜਾ ਪਾ ਦਿੱਤਾ, ਬੜਾ ਮਾੜਾ ਕੀਤਾ। ਪਰ ਭਾਈ ਫੱਗੂ ਨੇ ਹੱਥ ਜੋੜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਤੇ ਇੱਕ ਬੇਨਤੀ ਕੀਤੀ, ਮਹਾਰਾਜ ਮੈਂ ਮੰਨਦਾ ਹਾਂ ਕਿ ਉਸ ਭੈਣ ਨੇ ਬੀਬੀ ਨੇ ਮੇਰੀ ਝੋਲੀ ਦੇ ਵਿੱਚ ਕੂੜਾ ਪਾਇਆ, ਪਰ ਵੇਖੋ ਮਹਾਰਾਜ ਉਹਨੇ ਕੋਈ ਜਾਣ ਬੁੱਝ ਕੇ ਨਹੀਂ ਕੀਤਾ, ਉਹਦੀ ਮਜਬੂਰੀ ਸੀ, ਵਿਚਾਰੀ ਗਰੀਬੀ ਦੀ ਸਤਾਈ ਸੀ। ਨਹੀਂ ਤੇ ਕੌਣ ਬੂਹੇ ਤੇ ਖਲੋਤੇ ਦੀ ਝੋਲੀ ਦੇ ਵਿੱਚ ਕੂੜਾ ਪਾਉਂਦਾ ਹੈ। ਮਹਾਰਾਜ ਪਤਾ ਨਹੀਂ ਕਿਹੜੇ ਦੁੱਖ ਦੀ ਸਤਾਈ, ਕਿਹੜੀ ਗਰੀਬੀ ਦੀ ਸਤਾਈ ਉਹ ਬੀਬੀ ਹੋਏਗੀ ਜਿਹਨੇ ਮਜਬੂਰੀ ਵਸ ਮੇਰੀ ਝੋਲੀ ਦੇ ਵਿੱਚ ਕੂੜਾ ਪਾ ਦਿੱਤਾ। ਪਰ ਮੇਰੀ ਇੱਕ ਬੇਨਤੀ ਹੈ ਕਿ ਇਹ ਬੇਰ ਤੇ ਉਸ ਘਰ ਦੇ ਬੇਰ ਹਨ, ਤੁਸੀਂ ਉਹਨਾਂ ਦੀ ਭੇਟਾ ਪ੍ਰਵਾਨ ਕਰੋ ਤੇ ਉਸ ਘਰ ਪਰਿਵਾਰ ਤੇ ਐਸੀਆਂ ਰਹਿਮਤਾਂ, ਐਸੀਆਂ ਬਖਸ਼ਿਸ਼ਾਂ ਵਰਤਾਇਓ ਕਿ ਕੱਲ ਨੂੰ ਉਹਨਾਂ ਨੂੰ ਕਿਸੇ ਦੀ ਝੋਲੀ ਦੇ ਵਿੱਚ ਕੂੜਾ ਨਾ ਪਾਉਣਾ ਪਵੇ। ਤੁਹਾਡੇ ਸਿੱਖ ਦੇ ਘਰ ਜੋ ਜਾਵੇ ਉਹ ਨਿਹਾਲ ਹੋ ਕੇ ਆਵੇ, ਉਸ ਘਰ ਪਰਿਵਾਰ ਨੂੰ ਭਾਗ ਲਾਵੋ। ਇਹ ਹੈ ਭਾਈ ਫੱਗੂ ਦਾ ਜੀਵਨ।
ਧੰਨ ਬਾਬਾ ਫਰੀਦ ਸਾਹਿਬ ਦੇ ਆਪਾਂ ਬਚਨ ਪੜ੍ਹਦੇ ਹਾਂ। ਫਰੀਦਾ ਜੋ ਤੈਂ ਮਾਰਨ ਮੁਕੀਆਂ, ਤਿੰਨਾ ਨਾ ਮਾਰੈ ਘੁੰਮ, ਆਪਨੜਾ ਕਰ ਜਾਈਐ ਪੈਰ ਤਿੰਨਾਂ ਦੇ ਚੁੰਮ। ਫਰੀਦਾ ਬੁਰੇ ਦਾ ਭਲਾ ਕਰ। ਇਸ ਇਤਿਹਾਸ ਤੋਂ ਵੇਖੋ, ਇਹ ਨਹੀਂ ਆ ਕਿ ਅੱਜ ਆਪਾਂ ਸਾਖੀਆਂ ਸੁਣੀਆਂ, ਐਂਟਰਟੇਨਮੈਂਟ ਕੀਤਾ ਤੇ ਚਲੇ ਗਏ। ਆਪਾਂ ਇਸ ਇਤਿਹਾਸ ਤੋਂ ਸਿੱਖਣਾ ਹੈ ਕਿ ਗੁਰੂ ਸਾਡੇ ਨੇ ਕੀ ਕੀਤਾ, ਸਾਡੇ ਗੁਰੂ ਕਿਆਂ ਸਿੱਖਾਂ ਦੇ ਜੀਵਨ ਦੀ ਕਮਾਈ ਕੀ ਸੀ, ਸਾਡਾ ਜੀਵਨ ਕਿੱਥੇ ਖਲੋਤਾ ਹੈ। ਕਿਉਂਕਿ ਅੱਜ ਸਾਡੇ 'ਚ ਉਹ ਏਕਤਾ, ਉਹ ਮਿਲਵਰਤਨ, ਉਹ ਭਾਈਚਾਰਾ ਨਹੀਂ ਰਿਹਾ ਹੈ ਜਿਸ ਭਾਈਚਾਰੇ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ। ਇੱਕ ਪਾਸੇ ਤੇ ਭਾਈ ਫੱਗੂ ਵਰਗੇ ਸਿੱਖ ਜਿਨ੍ਹਾਂ ਦੀ ਝੋਲੀ 'ਚ ਕੂੜਾ ਦੂਜਿਆਂ ਨੇ ਪਾਇਆ, ਉਹ ਉਹਨਾਂ ਦਾ ਵੀ ਗੁਰੂ ਕੋਲੋਂ ਭਲਾ ਮੰਗਦੇ ਨੇ। ਦੂਜੇ ਪਾਸੇ ਅਸੀਂ ਪਤਾ ਨਹੀਂ ਕਿਹੜੀ ਈਰਖਾਬਾਜੀ 'ਚ ਫਸ ਕੇ ਤੇ ਆਪਣਿਆਂ ਨੂੰ ਆਪੇ ਹੀ ਮਾਰਨ ਤੇ ਉਤਰੇ ਹੋਏ ਹਾਂ। ਗੁਰੂ ਦਾ ਹੁਕਮ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸਾਡੇ ਗੁਰੂ ਨੇ ਤੇ ਦੂਜਿਆਂ ਦੀ ਖਾਤਰ ਆਪਣਾ ਆਪਾ ਕੁਰਬਾਨ ਕਰ ਦਿੱਤਾ ਸੀ ਕਿ ਅਸੀਂ ਆਪਣੇ ਸਿੱਖ ਪਰਿਵਾਰ ਦੇ ਜੀਅ ਵੀ ਇਕੱਠੇ ਨਹੀਂ ਬਹਿ ਸਕਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹੋਵੋ ਇਕੱਤਰ ਮਿਲੋ ਮੇਰੇ ਭਾਈ। ਖੈਰ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਬਖਸ਼ਿਸ਼ਾਂ ਰਹਿਮਤਾਂ ਦੁਨੀਆ ਦੇ ਕੋਨੇ-ਕੋਨੇ ਤੇ ਹਿੰਦੁਸਤਾਨ ਦੇ ਕੋਨੇ-ਕੋਨੇ ਤੇ ਵਰਤਾਉਂਦੇ ਹਨ। ਉਧਰ ਦੇ ਇਲਾਕੇ 'ਚੋਂ ਵਿਚਰ ਕੇ ਸਤਿਗੁਰੂ ਜਦੋਂ ਵਾਪਸ ਆਨੰਦਪੁਰ ਸਾਹਿਬ ਆਏ, ਉਸ ਸਮੇਂ ਤੱਕ ਔਰੰਗਜ਼ੇਬ ਨੇ ਜ਼ੁਲਮ ਦੀ ਇੰਤਹਾ ਕੀਤੀ ਹੋਈ ਸੀ। ਕਸ਼ਮੀਰੀ ਪੰਡਤਾਂ ਤੇ ਜ਼ੁਲਮ, ਅਤ ਦਰਜੇ ਦਾ ਜ਼ੁਲਮ ਕੀਤਾ ਜਾ ਰਿਹਾ ਹੈ। ਖੂਨ ਦੀਆਂ ਨਦੀਆਂ ਵਹਾ ਦਿੱਤੀਆਂ ਗਈਆਂ। ਉਸ ਜ਼ੁਲਮ ਦੇ ਸਤਾਏ ਹੋਏ ਕਸ਼ਮੀਰੀ ਪੰਡਤ ਇਕੱਠੇ ਹੋਏ। ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਫਿਰ ਨਿਰਣਾ ਇਹ ਕੀਤਾ ਕਿ ਇਸ ਵਿਪਤਾ ਦੇ ਵਿੱਚ ਜੇ ਕੋਈ ਸਾਡੀ ਬਾਂਹ ਫੜ ਸਕਦਾ ਹੈ, ਉਹ ਕੇਵਲ ਗੁਰੂ ਨਾਨਕ ਦਾ ਘਰ ਹੈ। ਇਸ ਕਰਕੇ ਉਸ ਘਰ ਜਾ ਕੇ ਪੁਕਾਰ ਕਰੀਏ, ਹੋਰ ਕੋਈ ਦੂਜਾ ਸਾਡੀ ਬਾਂਹ ਫੜਨ ਵਾਲਾ ਨਹੀਂ ਹੈ ਜਿਹੜਾ ਔਰੰਗਜ਼ੇਬ ਦੇ ਮੂੰਹ ਤੇ ਸੱਚ ਕਹਿ ਸਕੇ। ਇਹ ਲੋਕ ਫਿਰ ਇਕੱਠੇ ਹੋਏ, ਆਨੰਦਪੁਰ ਸਾਹਿਬ ਵਿਖੇ ਆਏ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ 'ਚ ਇਹਨਾਂ ਨੇ ਬੇਨਤੀ ਕੀਤੀ, ਬਾਂਹ ਸਾਡੀ ਪਕੜੀਐ ਸ਼੍ਰੀ ਹਰਗੋਬਿੰਦ ਕੇ ਚੰਦ। ਔਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਬਿਰਦ ਹੈ, ਇੱਕ ਸੁਭਾਅ ਹੈ, ਜਿਹਨੂੰ ਆਪਾਂ ਰੋਜ਼ ਅਰਦਾਸ ਰਾਹੀਂ ਵੀ ਚੇਤੇ ਕਰਦੇ ਹਾਂ ਕਿ ਤੇਗ ਬਹਾਦਰ ਸਿਮਰਿਆ ਕਰ ਨੌਨਿਧ ਆਵਹਿ ਧਾਏ, ਸਭ ਥਾਈਂ ਹੋਏ ਸਹਾਏ। ਕਿ ਗੁਰੂ ਤੇਗ ਬਹਾਦਰ ਸਾਹਿਬ ਸਭ ਥਾਵਾਂ ਤੇ ਸਹਾਈ ਹੋਣ ਵਾਲੇ ਹਨ। ਜਿਹੜੇ ਕਿੱਥੇ ਹਜ਼ਾਰਾਂ ਮੀਲ ਦੂਰ ਸਿੱਖ ਭਾਈ ਮੱਖਣ ਸ਼ਾਹ ਦੀ ਪੁਕਾਰ ਸੁਣ ਸਕਦੇ ਹਨ, ਉਹਨਾਂ ਦੇ ਬੂਹੇ ਤੇ ਕੋਈ ਆ ਕੇ ਪੁਕਾਰ ਕਰ ਰਿਹਾ ਹੋਵੇ, ਮਹਾਰਾਜ ਕਿੱਦਾਂ ਮੋੜ ਸਕਦੇ ਸਨ। ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਆਪਣੇ ਕੋਲ ਬਿਠਾਇਆ, ਉਹਨਾਂ ਦੀ ਦੁੱਖ ਭਰੀ ਗਾਥਾ ਨੂੰ ਸੁਣਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਬਾਂਹ ਫੜਦੇ ਹਨ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਂਹ ਨਾ ਛੋੜੀਐ। ਗੁਰੂ ਮਹਾਰਾਜ ਜੀ ਦੀ ਨਜ਼ਰ ਦੇ ਵਿੱਚ ਵੇਖੋ ਸਾਰੇ ਜੀਵ ਇੱਕੋ ਜਿਹੇ ਹਨ। ਜੇ ਉਸ ਵਕਤ ਮੁਸਲਮਾਨਾਂ ਤੇ ਵਿਪਤਾ ਪੈਂਦੀ, ਸਤਿਗੁਰਾਂ ਨੇ ਉਹਨਾਂ ਦੀ ਬਾਂਹ ਵੀ ਫੜਨੀ ਸੀ, ਕਿਉਂਕਿ ਉਹ ਧਰਮ ਦੀ ਚਾਦਰ ਹਨ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਜਦੋਂ ਮਹਾਰਾਜ ਸੈਫਾਬਾਦ ਵਿਖੇ ਗਏ ਸਨ ਤੇ ਸੈਫਦੀਨ, ਇਹ ਬਹਾਦਰਗੜ੍ਹ ਤੋਂ ਨਾਲ ਹੀ ਜਿਹੜਾ ਅੱਗੇ ਕਿਲੇ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਹੈ। ਜਦੋਂ ਆਪਾਂ ਪਟਿਆਲੇ ਨੂੰ ਜਾਂਦੇ ਹਾਂ, ਬਹਾਦਰਗੜ੍ਹ ਲੰਘ ਕੇ ਯੂਨੀਵਰਸਿਟੀ ਤੋਂ ਪਹਿਲਾਂ ਉਹ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਆਉਂਦਾ ਹੈ। ਇਹ ਸੈਫਾਬਾਦ ਸੈਫਦੀਨ ਦਾ ਵੱਡਾ ਘਰ ਸੀ। ਇਹਨੇ ਕਿਲੇਨੁਮਾ ਘਰ ਬਣਾਇਆ ਤੇ ਘਰ ਦੇ ਇੱਕ ਪਾਸੇ ਇਹਨੇ ਮਸੀਤ ਬਣਾਈ ਸੀ, ਇੱਕ ਪਾਸੇ ਗੁਰਦੁਆਰਾ। ਮਹਾਰਾਜ ਪਹੁੰਚੇ, ਵੇਖਿਆ, ਸਤਿਗੁਰੂ ਕਹਿਣ ਲੱਗੇ ਕਿ ਮਸੀਤ ਤੇ ਗੁਰਦੁਆਰਾ ਇਹ ਕਾਹਦੇ ਲਈ? ਦੋਵੇਂ ਚੀਜ਼ਾਂ
ਇਹ ਕਹਿਣ ਲੱਗਾ ਜੀ ਮਸਜਿਦ ਤੇ ਮੈਂ ਬਣਾਈ ਹੈ ਇਬਾਦਤ ਦੇ ਲਈ, ਇੱਥੇ ਬਹਿ ਕੇ ਨਮਾਜ਼ ਪੜ੍ਹਨੀ ਹੁੰਦੀ ਹੈ ਅਸੀਂ ਤਾਂ, ਤੇ ਗੁਰੂ ਘਰ ਗੁਰਦੁਆਰਾ ਮੈਂ ਤੁਹਾਡੇ ਲਈ ਬਣਾਇਆ ਹੈ, ਕਿਉਂਕਿ ਇਹ ਪਰਿਵਾਰ ਗੁਰੂ ਘਰ ਦਾ ਉਪਾਸ਼ਕ ਸੀ। ਮਹਾਰਾਜ ਆਪ ਜੀ ਦੀ ਸੇਵਾ ਦੇ ਲਈ ਕਿ ਜਦੋਂ ਆਪ ਆਵੋ ਤੇ ਇੱਥੇ ਬਿਰਾਜਮਾਨ ਹੋਵੋ, ਇਸ ਕਰਕੇ ਮੈਂ ਗੁਰਦੁਆਰਾ ਬਣਾਇਆ ਹੈ। ਤੇ ਮਹਾਰਾਜ ਨੇ ਬਚਨ ਕੀਤਾ ਸੀ ਅਸੀਂ ਮਸਜਿਦ ਦੇ ਅੰਦਰ ਹੀ ਬਹਿ ਜਾਣਾ ਸੀ, ਕੀ ਫਰਕ ਪੈਂਦਾ ਹੈ। ਭਾਵ ਕਿ ਉਹਨਾਂ ਦੇ ਮਨ 'ਚ ਇਹ ਨਹੀਂ ਕਿ ਮਸਜਿਦ ਵਾਲਿਆਂ ਦੇ ਨਾਲ ਕੋਈ ਈਰਖਾ ਹੋਵੇ, ਉਹ ਤੇ ਸਾਰਿਆਂ ਦੇ ਲਈ ਇੱਕ ਨਜ਼ਰੀਆ ਰੱਖਣ ਵਾਲੇ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਦਾ ਹੋਕਾ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤ ਆਏ, ਉਹਨਾਂ ਦੀ ਬਾਂਹ ਸਤਿਗੁਰਾਂ ਨੇ ਫੜੀ, ਇਹਨਾਂ ਨੇ ਅੱਗੇ ਸੁਨੇਹੇ ਪਹੁੰਚਾ ਦਿੱਤੇ ਜੀ ਹੁਣ ਸਾਡੇ ਆਗੂ ਗੁਰੂ ਤੇਗ ਬਹਾਦਰ ਹਨ, ਕੱਲੇ ਕੱਲੇ ਹਿੰਦੂ ਤੇ ਜ਼ੁਲਮ ਨਾ ਕੀਤਾ ਜਾਵੇ, ਜਿੰਨੇ ਗੱਲ ਕਰਨੀ ਹੈ ਪਹਿਲਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਹਕੂਮਤ ਗੱਲ ਕਰੇ, ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਫੈਸਲਾ ਹੋਵੇਗਾ ਅਸੀਂ ਮੰਨਾਂਗੇ, ਜੇ ਇਹ ਮੁਸਲਮਾਨ ਬਣੇ ਅਸੀਂ ਮੁਸਲਮਾਨ ਬਣਾਂਗੇ, ਤੇ ਜੇ ਇਹ ਇਸਲਾਮ ਕਬੂਲ ਨਹੀਂ ਕਰਦੇ ਫਿਰ ਸਾਨੂੰ ਵੀ ਇਸਲਾਮ ਕਬੂਲਣ ਦੇ ਲਈ ਮਜਬੂਰ ਨਾ ਕੀਤਾ ਜਾਏ। ਗੱਲਾਂ ਔਰੰਗਜ਼ੇਬ ਤੱਕ ਪਹੁੰਚੀਆਂ, ਸਤਿਗੁਰਾਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋ ਗਏ, ਪਰ ਮਹਾਰਾਜ ਸੱਚੇ ਪਾਤਸ਼ਾਹ ਗ੍ਰਿਫਤਾਰੀ ਦੇ ਲਈ ਆਪ ਇੱਥੋਂ ਚੱਲੇ ਹਨ। ਚਲਦਿਆਂ ਚਲਦਿਆਂ ਸਤਿਗੁਰਾਂ ਨੇ ਗ੍ਰਿਫਤਾਰੀ ਦਿੱਤੀ ਆਗਰੇ ਵਿਖੇ, ਉੱਥੋਂ ਮਹਾਰਾਜ ਤੇ ਗੁਰੂ ਕਿਆਂ ਸਿੱਖਾਂ ਨੂੰ ਦਿੱਲੀ ਵਿਖੇ ਲਿਆਂਦਾ ਗਿਆ। ਦਿੱਲੀ ਦੀ ਇੱਕ ਡਰਾਉਣੀ ਪੁਰਾਣੀ ਹਵੇਲੀ, ਜਿੱਧਰ ਲੋਕ ਦਿਨੇ ਵੀ ਜਾਣ ਤੋਂ ਡਰਦੇ ਸਨ, ਉੱਥੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲੇ ਨੂੰ ਰੱਖਿਆ ਗਿਆ, ਪਿੰਜਰਿਆਂ ਦੇ ਵਿੱਚ ਬੰਦ ਹੈ। ਮਹਾਰਾਜ ਤੇ ਮਹਾਰਾਜ ਜੀ ਦੇ ਸਾਥੀ ਸਿੱਖ ਤੇ ਅਬਦੁੱਲਾ ਕੁਤਵਾਲ ਜਿਹਦੀ ਹਕੂਮਤ ਵੱਲੋਂ ਜ਼ਿੰਮੇਵਾਰੀ ਲਾਈ ਗਈ ਕਿ ਤੂੰ ਨਿਗਰਾਨੀ ਰੱਖਣੀ ਹੈ, ਬਹੁਤ ਸਾਰੇ ਸਿਪਾਹੀ ਇਹਨੂੰ ਦਿੱਤੇ ਗਏ। ਹੁਣ ਇਹ ਅਬਦੁੱਲਾ ਕੁਤਵਾਲ ਬਾਰੇ ਇਤਿਹਾਸ ਦੀਆਂ ਕਿਤਾਬਾਂ ਕਹਿੰਦੀਆਂ ਨੇ ਕਿ ਇਹ ਬੜੇ ਲੰਬੇ ਉੱਚੇ ਕੱਦ ਵਾਲਾ ਮੁਸਲਮਾਨ ਥਾਣੇਦਾਰ ਸੀ, 6 ਫੁੱਟ ਤੋਂ ਲੰਬਾ ਇਹਦਾ ਕੱਦ, ਰੋਹਬਦਾਰ ਬੜਾ ਸੀ। 5-7 ਸਿਪਾਹੀ ਇਹਦੇ ਨਾਲ ਹਮੇਸ਼ਾ ਚੱਲਦੇ ਸਨ, ਤੇ ਜਿਹੜੀਆਂ ਗਲੀਆਂ ਬਾਜ਼ਾਰਾਂ 'ਚੋਂ ਇਹ ਲੰਘਦਾ ਸੀ ਲੋਕ ਇਹਦੇ ਖੌਫ ਤੋਂ ਡਰਦਿਆਂ ਪਿਛਾਂਹ ਹੋ ਜਾਇਆ ਕਰਦੇ ਸਨ, ਰਾਹ ਛੱਡ ਦਿਆ ਕਰਦੇ ਸਨ। ਇਸੇ ਕਰਕੇ ਹਕੂਮਤ ਨੇ ਆਪਣੇ ਵੱਲੋਂ ਸਖਤ ਕੁਤਵਾਲ ਦੀ ਜ਼ਿੰਮੇਵਾਰੀ ਲਾਈ ਗੁਰੂ ਮਹਾਰਾਜ ਜੀ ਦੀ ਨਿਗਰਾਨੀ ਦੇ ਲਈ। ਪਰ ਜਿਸ ਵਕਤ ਅਬਦੁੱਲੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਦੀਦਾਰ ਕੀਤੇ, ਇਹਦਾ ਪੱਥਰ ਵਰਗਾ ਹਿਰਦਾ ਪਿਘਲ ਗਿਆ। ਮਹਾਰਾਜ ਦੇ ਚਰਨਾਂ 'ਚ ਹੱਥ ਜੋੜ ਕੇ ਇਹ ਅਬਦੁੱਲਾ ਕੁਤਵਾਲ ਝੁਕ ਗਿਆ। ਇੱਥੋਂ ਤੱਕ ਇਹਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਇੱਥੋਂ ਚਲੇ ਜਾਓ, ਸਾਰਾ ਦੋਸ਼ ਮੈਂ ਆਪਣੇ ਸਿਰ ਤੇ ਲੈ ਲਵਾਂਗਾ। ਤੇ ਮਹਾਰਾਜ ਕਹਿਣ ਲੱਗੇ, ਅਬਦੁੱਲਿਆ ਜੇ ਅਸੀਂ ਜਾਨ ਬਚਾ ਕੇ ਭੱਜਣਾ ਹੁੰਦਾ ਤੇ ਅਸੀਂ ਕਸ਼ਮੀਰੀ ਪੰਡਤਾਂ ਦੀ ਬਾਂਹ ਕਿਉਂ ਫੜਦੇ, ਅਸੀਂ ਗ੍ਰਿਫਤਾਰੀ ਦੇ ਲਈ ਆਪ ਅੱਗੇ ਕਿਉਂ ਆਉਂਦੇ। ਇਸ ਕਰਕੇ ਤੁਸੀਂ ਚਿੰਤਾ ਨਾ ਕਰੋ, ਜੋ ਤੁਹਾਡੀ ਜ਼ਿੰਮੇਵਾਰੀ ਲੱਗੀ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ, ਤੇ ਜਿਹੜੇ ਕੰਮ ਅਸੀਂ ਕਰਨੇ ਹਨ ਉਹ ਸਾਨੂੰ ਕਰਨ ਦਿਓ। ਇੱਥੋਂ ਤੱਕ ਫਿਰ ਇਤਿਹਾਸ 'ਚ ਲਿਖਿਆ ਹੈ ਕਿ ਜਦੋਂ ਭਾਣਾ ਵਰਤ ਗਿਆ ਸੀ, ਸ਼ਹਾਦਤਾਂ ਹੋ ਗਈਆਂ, ਤੇ ਇਹਨਾਂ ਸ਼ਹਾਦਤਾਂ ਦੇ ਪ੍ਰੋਟੈਸਟ ਵਜੋਂ, ਰੋਸ ਵਜੋਂ ਇਸ ਅਬਦੁੱਲੇ ਕੁਤਵਾਲ ਨੇ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ, ਤੇ ਦਿੱਲੀ ਛੱਡ ਕੇ ਉਹ ਆਨੰਦਪੁਰ ਸਾਹਿਬ ਗੁਰੂ ਕਲਗੀਧਰ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਆ ਗਿਆ ਸੀ ਅਬਦੁੱਲਾ। ਖੈਰ ਅੱਜ ਦਾ ਦਿਨ ਦਿੱਲੀ ਦਾ ਚਾਂਦਨੀ ਚੌਂਕ, ਗੁਰੂ ਮਹਾਰਾਜ ਤੇ ਗੁਰੂ ਕੇ ਤਿੰਨੇ ਸਿੱਖ ਵੱਖ ਵੱਖ ਪਿੰਜਰਿਆਂ 'ਚ ਬੰਦ ਹਨ। ਹਜ਼ਾਰਾਂ ਲੋਕ ਉੱਥੇ ਇਕੱਠੇ ਕੀਤੇ ਗਏ ਹਕੂਮਤ ਵੱਲੋਂ, ਤਾਂ ਕਿ ਸਿੱਖਾਂ ਤੇ ਗੁਰੂ ਨੂੰ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕਰਨਾ ਹੈ। ਤੇ ਇਹਨਾਂ ਦੇ ਤਸੀਹਿਆਂ ਨੂੰ ਵੇਖ ਕੇ ਕਿਸੇ ਦੇ ਅੰਦਰ ਹਿੰਮਤ ਨਹੀਂ ਰਵੇਗੀ ਹਕੂਮਤ ਦੇ ਵਿਰੁੱਧ ਗੱਲ ਕਰਨ ਦੀ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਬਹੁਤ ਪਿਆਰੇ ਸਿਦਕਵਾਨ ਗੁਰੂ ਕੇ ਦੀਵਾਨ ਸਿੱਖ ਭਾਈ ਮਤੀ ਦਾਸ, ਉਹਨਾਂ ਨੂੰ ਪਿੰਜਰੇ 'ਚੋਂ ਬਾਹਰ ਕੱਢਿਆ ਗਿਆ। ਬੜੀਆਂ ਸ਼ਰਤਾਂ ਉਹਨਾਂ ਦੇ ਸਾਹਮਣੇ ਰੱਖੀਆਂ ਗਈਆਂ।
ਲਾਲਚ ਬੜੇ ਦਿੱਤੇ ਗਏ, ਡਰਾਵੇ ਬੜੇ ਦਿੱਤੇ ਗਏ ਕਿ ਇਸਲਾਮ ਕਬੂਲ ਲਵੋ, ਤੁਹਾਡੀ ਜ਼ਿੰਦਗੀ ਬਖਸ਼ ਦੇਵਾਂਗੇ, ਧਨ ਪਦਾਰਥ ਤੁਹਾਨੂੰ ਦੇ ਕੇ ਨਿਹਾਲ ਕਰ ਦਿੱਤਾ ਜਾਏਗਾ। ਪਰ ਗੁਰੂ ਕਾ ਸਿੱਖ ਨਾ ਕਿਸੇ ਲਾਲਚ ਕਰਕੇ ਡਰਿਆ ਡੋਲਿਆ, ਨਾ ਕਿਸੇ ਡਰਾਵੇ ਕਰਕੇ ਡਰਿਆ, ਸਿੱਖੀ ਸਿਦਕ ਭਰੋਸੇ ਦੇ ਵਿੱਚ ਦ੍ਰਿੜ ਰਿਹਾ। ਕਹਿਣ ਲੱਗਾ, ਕਿਹੜੀ ਮੌਤ ਦਾ ਡਰਾਵਾ ਦਿੰਦੇ ਹੋ? ਮੈਂ ਕੋਈ ਡਰਨ ਵਾਲਾ ਨਹੀਂ ਹਾਂ ਕਬੀਰ, ਜਿਸ ਮਰਨਾ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਫਿਰ ਜ਼ਾਲਮ ਕਹਿਣ ਲੱਗੇ, ਮਤੀ ਦਾਸ ਆਰਾ ਵੇਖ, ਜੇ ਨਹੀਂ ਮੰਨੇਗਾ ਤੇਰਾ ਸਰੀਰ ਆਰੇ ਦੇ ਨਾਲ 2 ਟੁਕੜੇ ਕਰ ਦੇਵਾਂਗੇ। ਤੇ ਗੁਰੂ ਕਾ ਸਿੱਖ ਕਹਿਣ ਲੱਗਾ, ਆਰਾ ਪਿਆਰਾ ਲਗਤ ਹੈ ਕਾਰਾ, ਕਰੋ ਬਣਾਏ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਜ਼ਾਲਮਾਂ ਨੇ ਆਰਾ ਸਿਰ ਤੇ ਰੱਖਿਆ। ਹੁਣ ਪੁੱਛਿਆ, ਅਜੇ ਵੀ ਮੌਕਾ ਹੈ। ਗੁਰੂ ਕਾ ਸਿੱਖ ਅਡੋਲ ਰਿਹਾ। ਆਖਰੀ ਇੱਛਾ ਪੁੱਛੀ ਤੇ ਗੁਰੂ ਕਾ ਸਿੱਖ ਕਹਿਣ ਲੱਗਾ, ਬਸ ਮੇਰਾ ਮੂੰਹ ਮੇਰੇ ਗੁਰੂ ਵੱਲ ਕਰ ਦਵੋ, ਹੋਰ ਕੋਈ ਇੱਛਾ ਨਹੀਂ ਹੈ। ਮਹਾਰਾਜ ਵੱਲ ਭਾਈ ਮਤੀ ਦਾਸ ਦਾ ਮੁਖ ਕੀਤਾ ਗਿਆ, ਸੀਸ ਤੇ ਆਰਾ ਚਲਾ ਦਿੱਤਾ ਗਿਆ, ਖੂਨ ਦੇ ਫੁਹਾਰੇ ਛੁੱਟ ਗਏ। ਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰੂ ਕੇ ਸਿੱਖ ਨੇ ਸ਼ਹਾਦਤ ਦਾ ਜਾਮ ਪੀਤਾ। ਭਾਈ ਮਤੀ ਦਾਸ ਪਹਿਲੀ ਸ਼ਹਾਦਤ। ਉਦੋਂ ਬਾਅਦ ਭਾਈ ਦਿਆਲੇ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਗਿਆ। ਕਹਿਣ ਲੱਗੇ, ਤੇਰੀ ਹਾਲਤ ਮਤੀ ਦਾਸ ਤੋਂ ਵੀ ਭਿਆਨਕ ਕਰਾਂਗੇ, ਇਸਲਾਮ ਕਬੂਲ ਲੈ। ਪਰ ਇਹ ਗੁਰੂ ਕਾ ਸਿੱਖ ਕਹਿਣ ਲੱਗਾ, ਏਦਾਂ ਕਦੇ ਨਹੀਂ ਹੋ ਸਕਦਾ ਹੈ। ਕਹਿਣ ਲੱਗੇ, ਫਿਰ ਦੇਗ ਦੇ ਵਿੱਚ ਉਬਾਲ ਦੇਵਾਂਗੇ ਤੈਨੂੰ। ਤੇ ਗੁਰੂ ਕਾ ਸਿੱਖ ਕਹਿਣ ਲੱਗਾ, ਦੇਗ 'ਚ ਉਬਾਲੇ ਕਿੱਦਾਂ ਖਾਈਦੇ ਨੇ? ਗੁਰੂ ਅਰਜਨ ਸਾਹਿਬ ਨੇ ਸਾਨੂੰ ਸਿਖਾਇਆ ਹੈ। ਇਹਨਾਂ ਨੂੰ ਦੇਗ ਦੇ ਵਿੱਚ ਬਿਠਾ ਕੇ ਅੱਗ ਦੇ ਭਾਂਬੜ ਮਚਾਏ ਗਏ ਤੇ ਗੁਰੂ ਕੇ ਸਿੱਖ ਦੇ ਸਰੀਰ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ। ਸਿੱਖੀ ਸਿਦਕ 'ਚ ਦ੍ਰਿੜ ਰਹਿੰਦਿਆਂ ਇਹ ਗੁਰੂ ਕਾ ਸਿੱਖ ਵੀ ਸ਼ਹਾਦਤ ਦਾ ਜਾਮ ਪੀ ਗਿਆ। ਫਿਰ ਤੀਜੇ ਸਿੱਖ ਭਾਈ ਸਤੀ ਦਾਸ ਦੀ ਵਾਰੀ ਆਈ, ਜਿਹੜੇ ਭਾਈ ਮਤੀ ਦਾਸ ਦੇ ਭਰਾ ਹਨ। ਇਹਨਾਂ ਨੂੰ ਕਿਹਾ ਗਿਆ, ਤੇਰੀ ਹਾਲਤ ਤੇਰੇ ਭਰਾ ਤੋਂ ਵੀ ਭਿਆਨਕ ਕਰਾਂਗੇ। ਭਾਈ ਮਤੀ ਦਾਸ ਕਹਿਣ ਲੱਗੇ, ਕੋਈ ਪਰਵਾਹ ਨਹੀਂ। ਸਰੀਰ ਤੇ ਰੂਹ ਬੰਨਿਆ ਗਿਆ ਤੇ ਜਿਉਂਦੇ ਭਾਈ ਮਤੀ ਦਾਸ ਨੂੰ ਅੱਗ ਲਗਾ ਕੇ ਸਾੜ ਦਿੱਤਾ। ਦੇਖੋ, ਅੱਜ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਆਪਾਂ ਸੁਣਾ ਰਹੇ ਹਾਂ, ਸੁਣ ਰਹੇ ਹਾਂ। ਥੋੜਾ ਜਿੰਨਾ ਅੱਗ ਦਾ ਕੋਈ ਸੇਕ ਵੀ ਸਰੀਰ ਤੇ ਲੱਗੇ ਤੇ ਬੰਦਾ ਤੜਫ ਉੱਠਦਾ ਹੈ। ਤੇ ਕੀ ਬੀਤਿਆ ਹੋਵੇਗਾ ਭਾਈ ਸਤੀ ਦਾਸ ਤੇ, ਜਿਨ੍ਹਾਂ ਦੇ ਸਰੀਰ ਤੇ ਰੂਹ ਬੰਨ ਕੇ ਜ਼ਾਲਮਾਂ ਨੇ ਅੱਗ ਲਗਾ ਦਿੱਤੀ ਤੇ ਗੁਰੂ ਕੇ ਸਿੱਖ ਨੂੰ ਜਿਉਂਦੇ ਨੂੰ ਸਾੜ ਦਿੱਤਾ ਗਿਆ। ਪਰ ਧੰਨ ਉਹ ਗੁਰੂ ਤੇ ਧੰਨ ਗੁਰੂ ਦਾ ਸਿੱਖ ਜਿਹੜਾ ਸਿਦਕ 'ਚ ਪੂਰਾ ਰਿਹਾ, ਜ਼ਾਲਮਾਂ ਦੀ ਈਨ ਨਹੀਂ ਮੰਨੀ ਤੇ ਸ਼ਹਾਦਤ ਦਾ ਜਾਮ ਪੀ ਲਿਆ। ਫਿਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਹਨਾਂ ਨੇ ਪਿੰਜਰੇ ਤੋਂ ਬਾਹਰ ਕੱਢਿਆ। ਜ਼ਾਲਮਾਂ ਦੀ ਸੋਚ ਸੀ ਕਿ ਸਿੱਖਾਂ ਨੂੰ ਭਿਆਨਕ ਤਸੀਹੇ ਦੇਵਾਂਗੇ, ਭਿਆਨਕ ਮੌਤੇ ਮਾਰਾਂਗੇ ਤੇ ਗੁਰੂ ਡਰ ਜਾਣਗੇ। ਪਰ ਇਹ ਨਹੀਂ ਸੀ ਪਤਾ, ਜਿਹੜੇ ਗੁਰੂ ਦੇ ਸਿੱਖ ਇੰਨੇ ਨਿਡਰ ਹਨ, ਨਿਰਭੈ ਤੇ ਦਲੇਰ ਹਨ, ਉਹ ਗੁਰੂ ਆਪ ਕਿੰਨਾ ਨਿਰਭੈ ਤੇ ਦਲੇਰ ਹੋਵੇਗਾ। ਮਹਾਰਾਜ ਦੇ ਨਾਲ ਕਈ ਸਵਾਲ ਜਵਾਬ ਹੋਏ, ਲਾਲਚ ਵੀ ਦਿੱਤੇ ਗਏ। ਫਿਰ ਕਰਾਮਾਤ ਵਿਖਾਉਣ ਦੇ ਲਈ ਵੀ ਕਿਹਾ ਗਿਆ। ਮਹਾਰਾਜ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਇਹ ਚੀਜ਼ ਕਬੂਲ ਨਹੀਂ ਹੈ। ਫਿਰ ਕਹਿਣ ਲੱਗੇ, ਇਸਲਾਮ ਕਬੂਲ ਲਵੋ, ਤੁਹਾਡੀ ਜਾਨ ਬਖਸ਼ ਦੇਵਾਂਗੇ। ਮਹਾਰਾਜ ਕਹਿਣ ਲੱਗੇ, ਕਦੇ ਹੋ ਨਹੀਂ ਸਕਦਾ ਹੈ। ਕਹਿਣ ਲੱਗੇ, ਜੇ ਇਸਲਾਮ ਨਹੀਂ ਕਬੂਲਣਾ, ਜੇ ਕਰਾਮਾਤ ਨਹੀਂ ਵਿਖਾਉਣੀ, ਤੇ ਫਿਰ ਮਰਨ ਦੇ ਲਈ ਤਿਆਰ ਹੋ ਜਾਓ। ਮਹਾਰਾਜ ਕਹਿਣ ਲੱਗੇ, ਮੌਤ ਤੋਂ ਕੌਣ ਡਰਦਾ ਹੈ? ਗੁਰੂ ਨਾਨਕ ਦੇ ਘਰ ਤੇ ਗੱਲ ਹੀ ਮੌਤ ਤੋਂ ਆਰੰਭ ਹੁੰਦੀ ਹੈ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਾਜੀ ਅਬਦੁਲ ਵਾਹਬ ਵੌਰਾ ਨੇ ਫਤਵਾ ਜਾਰੀ ਕਰ ਦਿੱਤਾ। ਜਲਾਦ ਜਲਾਲੋਦੀਨ ਨੂੰ ਹੁਕਮ ਹੋ ਗਿਆ
ਕਿ ਸਿਰ ਧੜ ਤੋਂ ਵੱਖ ਕਰ ਦਵੋ। ਮਹਾਰਾਜ ਕਹਿਣ ਲੱਗੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਜਪਜੀ ਸਾਹਿਬ ਦੇ ਪਾਠ ਦੇ ਸੰਪੂਰਨਤਾ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਅਸੀਂ ਸਿਰ ਝੁਕਾਵਾਂਗੇ। ਸਾਡਾ ਸੀਸ ਅਕਾਲ ਦੇ ਸ਼ੁਕਰਾਨੇ 'ਚ ਝੁਕੇਗਾ ਤੇ ਜਲਾਦ ਜਲਾਲੋਦੀਨ ਜੋ ਤੂੰ ਕਰਨਾ ਹੈ ਉਹ ਤੂੰ ਆਪਣੀ ਮਰਜ਼ੀ ਵੀ ਕਰ ਲਵੇਂ। ਮਹਾਰਾਜ ਜਪਜੀ ਸਾਹਿਬ ਦਾ ਪਾਠ ਆਰੰਭ ਕਰਦੇ ਨੇ। ਚਾਰੇ ਪਾਸੇ ਹਜ਼ਾਰਾਂ ਲੋਕ ਜੁੜੇ ਹੋਏ ਹਨ। ਮਹਾਰਾਜ ਜਪਜੀ ਸਾਹਿਬ ਦਾ ਪਾਠ ਕਰਦੇ, ਸਹਿਜੇ ਸਹਿਜੇ ਬਾਣੀ ਪੜ੍ਹਦਿਆਂ ਸਤਿਗੁਰੂ ਜਪਜੀ ਸਾਹਿਬ ਦੀਆਂ ਅਖੀਰਲੀਆਂ ਪੌੜੀਆਂ 'ਚ ਪਹੁੰਚੇ ਹਨ। ਜਤ ਪਹਾਰਾ ਧੀਰਜ ਸੁਨਿਆਰ, ਆਰਣ ਮਤ ਵੇਦ ਹਥਿਆਰ, ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਅਖੀਰਲੀਆਂ ਪੰਕਤੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪੜ੍ਹਦੇ ਨੇ ਤੇ ਨਾਲ ਦੀ ਨਾਲ ਉਸ ਦਾਤੇ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਲਈ ਸਿਰ ਝੁਕਾਉਂਦੇ ਹਨ। ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰਾਂ ਨੇ ਸੀਸ ਝੁਕਾਇਆ ਅਕਾਲ ਦਾ ਸ਼ੁਕਰਾਨਾ ਕਰਦਿਆਂ। ਕੋਲ ਖਲੋਤੇ ਜਲਾਦ ਜਲਾਲੋਦੀਨ ਨੇ ਕੜਾ ਕਰਦਾ ਸ਼ਮਸ਼ੀਰ ਦਾ ਵਾਰ ਕੀਤਾ ਔਰ ਸਤਿਗੁਰਾਂ ਦਾ ਸਿਰ ਧੜ ਤੋਂ ਵੱਖ ਹੋ ਗਿਆ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਢੋ ਕੱਲੂ ਮੈਂ ਸਾਕਾ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ, ਪਰ ਸਿਰ ਨਾ ਦਿਆ। ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਸਤਿਗੁਰਾਂ ਦੀ ਸ਼ਹਾਦਤ ਹੋਈ। ਹਜ਼ਾਰਾਂ ਲੋਕ ਉੱਥੇ ਖੜੇ ਸਨ। ਹਾਹਾਕਾਰ ਮਚ ਗਈ। ਮਹਾਰਾਜ ਕਹਿੰਦੇ ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਗ, ਹੈ ਸਭ ਜਗ ਭਇਓ ਜੈ 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 ਸੁਰਲੋਕ। ਹਫੜਾ ਦਫੜੀ ਮੱਚੀ। ਜਿਸ ਹਫੜਾ ਦਫੜੀ ਦੇ ਵਿੱਚ ਭਾਈ ਜੈਤੇ ਨੇ ਸਤਿਗੁਰਾਂ ਦਾ ਸੀਸ ਸੰਭਾਲਿਆ ਔਰ ਆਨੰਦਪੁਰ ਸਾਹਿਬ ਨੂੰ ਕੂਚ ਕਰ ਲਿਆ। ਬਿਖਮ ਰਾਹਾਂ ਚੋਂ ਲੰਘਦਿਆਂ ਹੋਇਆ ਭਾਈ ਜੈਤਾ ਆਨੰਦਪੁਰ ਸਾਹਿਬ ਸਤਿਗੁਰਾਂ ਦਾ ਸੀਸ ਲੈ ਕੇ ਪਹੁੰਚੇ ਹਨ, ਜਿੱਥੇ ਮਹਾਰਾਜ ਗੁਰੂ ਕਲਗੀਆਂ ਵਾਲੇ ਨੇ ਭਾਈ ਜੈਤੇ ਨੂੰ ਗਲੇ ਦੇ ਨਾਲ ਲਾ ਕੇ ਕਿਹਾ ਸੀ, ਰੰਗਰੇਟਾ ਗੁਰੂ ਕਾ ਬੇਟਾ। ਧੜ ਦੇ ਸੰਸਕਾਰ ਦੀ ਸੇਵਾ ਭਾਈ ਲੱਖੀ ਸ਼ਾਹ ਜੀ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਧੜ ਦੇ ਸੰਸਕਾਰ ਦੀ ਸੇਵਾ ਕੀਤੀ ਹੈ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਸੁਭਾਏਮਾਨ ਹੈ। ਜਿੱਥੇ ਸ਼ਹਾਦਤ ਹੋਈ ਦਿੱਲੀ ਦਾ ਚਾਂਦਨੀ ਚੌਂਕ, ਸਰਦਾਰ ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਇਹ ਅਸਥਾਨ, ਇਹ ਜਗ੍ਹਾ ਨੂੰ ਲੱਭਿਆ ਹੈ। ਜਦੋਂ ਦਿੱਲੀ ਜਿੱਤੀ ਗਈ ਤੇ ਉਹ ਮਾਸ਼ਕੀ ਦੀ ਘਰ ਵਾਲੀ ਜਿਉਂਦੀ ਸੀ, ਜਿਹਨੇ ਉਹ ਥੜੇ ਨੂੰ ਧੋਤਾ ਸੀ ਜਿੱਥੇ ਸਤਿਗੁਰਾਂ ਦੀ ਸ਼ਹਾਦਤ ਹੋਈ ਸੀ। ਉਹਦੇ ਰਾਹੀਂ ਫਿਰ ਇਸ ਜਗ੍ਹਾ ਦੀ ਪਛਾਣ ਕਰਕੇ ਇੱਥੇ ਸਤਿਗੁਰਾਂ ਦਾ ਅਸਥਾਨ ਬਣਾਇਆ ਗਿਆ। ਪਹਿਲਾਂ ਇੱਕ ਛੋਟਾ ਜਿਹਾ ਕੋਠਾ ਸੀ, ਫਿਰ ਮਹਾਰਾਜਾ ਜੀਂਦ ਦੇ ਮਹਾਰਾਜਿਆਂ ਦੀ ਜੋ ਉਦਮ ਹੈ ਉਹਦੇ ਸਹਾਰੇ ਸਹਿਜੇ ਸਹਿਜੇ ਹੋਰ ਜਗ੍ਹਾ ਕੁਤਵਾਲੀ ਵਾਲੀ ਜਗ੍ਹਾ ਮਿਲੀ। ਉਦੋਂ ਉਪਰੰਤ ਫਿਰ ਸਾਰੀ ਜਿਹੜੀ ਉੱਥੇ ਕੁਤਵਾਲੀ ਸੀ ਉਹ ਗੁਰੂ ਕੇ ਅਸਥਾਨਾਂ ਦੇ ਲਈ ਦੇ ਦਿੱਤੀ ਗਈ। ਅੱਜ ਗੁਰਦੁਆਰਾ ਸਾਹਿਬ ਸੀਸਗੰਜ ਸਾਹਿਬ ਉੱਥੇ ਸੁਭਾਏਮਾਨ ਹੈ, ਜਿੱਥੇ ਸਤਿਗੁਰਾਂ ਦੀ ਸ਼ਹਾਦਤ ਹੋਈ ਤੇ ਜਿੱਥੇ ਆਨੰਦਪੁਰ ਸਾਹਿਬ ਵਿਖੇ ਸੀਸ ਦਾ ਸੰਸਕਾਰ ਹੋਇਆ, ਉੱਥੇ ਹੈ ਗੁਰਦੁਆਰਾ ਸੀਸਗੰਜ ਸਾਹਿਬ। ਇੱਦਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੇ ਦੂਜਿਆਂ ਦੀ ਖਾਤਰ ਆਪਣਾ ਆਪਾ ਕੁਰਬਾਨ ਕਰਦਿਆਂ ਹੋਇਆਂ ਤੇ ਜਿਹੜੀ ਗੱਲ ਆਪਾਂ ਅਰਦਾਸ 'ਚ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ। ਇਹ ਸਾਬਤ ਕੀਤਾ ਕਿ ਸਰਬੱਤ ਦੇ ਭਲੇ ਦੀਆਂ ਗੱਲਾਂ ਅਸੀਂ ਗੱਲੀ ਬਾਤੀ ਨਹੀਂ ਕਹਿੰਦੇ ਹਾਂ, ਬਲਕਿ ਦੂਜਿਆਂ ਦਾ ਭਲਾ ਕਰਕੇ ਵੀ ਦਿਖਾਇਆ ਜਾਂਦਾ ਹੈ, ਭਾਵੇਂ ਉਹਦੇ ਲਈ ਆਪਣੀ ਕੁਰਬਾਨੀ ਤੱਕ ਨਾ ਦੇਣੀ ਪਵੇ। ਸੋ ਸਤਿਗੁਰੂ ਮਿਹਰ ਕਰਨ, ਗੁਰੂ ਕੇ ਜੀਵਨ ਗੁਰੂ ਕੀ ਸ਼ਹਾਦਤ ਤੋਂ ਆਪਾਂ ਸਿੱਖਿਆ ਲਈਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੋਂ ਸਿੱਖਿਆ ਲੈ